ਕੀ ਗੱਲ ਹੋਈ ਹੈ? ਦੇਖੋ ਜੀ ਸਾਡਾ ਮਸਲਾ ਹੈ, ਸਾਡਾ ਇੱਕ ਵਰਕਰ ਹੈ ਸਾਡਾ ਜਿਹਨੇ ਘੱਟ ਤੋਂ ਘੱਟ 1.25 ਲੱਖ ਰੁਪਇਆ ਮਹਿਕਮੇ 'ਚ ਲਾਇਆ। 1.25 ਲੱਖ ਤੋਂ ਉੱਪਰ ਮਹਿਕਮੇ 'ਚ ਲਾ ਕੇ 5 ਮਹੀਨੇ ਤੋਂ ਉੱਪਰ ਬੈਠਾ ਹੋਇਆ। ਜੇ ਉਹ ਮੰਗਣ ਆਉਂਦਾ ਠੀਕ ਆ, ਉਸ ਬੰਦੇ ਨੂੰ ਲਾਰੇ ਲਾਏ ਜਾਂਦੇ ਆ, ਉਸ ਬੰਦੇ ਨੂੰ ਟਾਲ ਟੋਲ ਕੀਤਾ ਜਾਂਦਾ। ਇੱਥੋਂ ਦਾ ਐਸਡੀਓ ਜਿਹੜਾ ਸਦੀਰ, ਉਹ ਬਿਲਕੁਲ ਇੱਥੇ ਗਲਤ ਕਰ ਰਿਹਾ। ਸਦੀਰ ਐਸਡੀਓ ਨੂੰ ਇੱਥੇ ਸੱਦਿਆ ਜਾਵੇ। ਅਸੀਂ ਤਾਂ ਸਦੀਰ ਐਸਡੀਓ ਇੱਥੋਂ ਉੱਠਾਂਗੇ ਨਹੀਂ। ਸਾਡੀ ਜਿੱਥੇ ਉਹਦੇ ਪੈਸੇ ਕਿਉਂ ਨਹੀਂ ਦਿੱਤੇ ਜਾ ਰਹੇ? ਮੇਰੀ ਗੱਲ ਸੁਣੋ, ਪੈਸੇ ਕਿਉਂ ਨਹੀਂ ਦਿੱਤੇ? ਇੱਕ ਮਿੰਟ। 5 ਮਹੀਨੇ ਕਹਿੰਦੇ ਹੋ ਗਏ ਆ, 5 ਮਹੀਨਿਆਂ 'ਚ ਨਹੀਂ ਹੋਇਆ। ਹੁਣ ਦੇਖੋ ਇਹ ਇਨਫੋਰਮੇਸ਼ਨ ਗਲਤ ਹੈ ਕਿ ਇਹ ਕੋਈ 5 ਕਿੰਨੇ ਮਹੀਨੇ ਹੋਏ? ਅਸੀਂ ਕਹਿੰਦੇ ਆ ਸਾਡੇ ਬੰਦੇ ਦਾ 1,24,000 ਰੁਪਇਆ ਲੱਗਾ। 1,24,000 ਚਲੋ ਕੋਈ 50,000 ਦੇ ਦੇਣ, 40 ਦੇ ਦੇਣ। ਅਗਰ ਮੇਰੇ ਕੋਲ 3 ਤਰੀਕ ਤੋਂ ਬਾਅਦ ਅਗਰ 25 ਤਰੀਕ ਜਾਂ 24 ਤਰੀਕ ਨੂੰ ਮੇਰੇ ਕੋਲ ਕੋਈ ਚੀਜ਼ ਆ ਰਹੀ ਹੈਗੀ ਹੈ ਤਾਂ ਇਸਦਾ ਮਤਲਬ ਉਪਮੰਡਲ ਦਫ਼ਤਰ ਦੇ ਵਿੱਚ 3 ਹਫ਼ਤੇ ਘੱਟੋ ਘੱਟ ਐਟਲੀਸਟ ਜਿਹੜਾ ਹੈਗਾ ਉਹ ਇਹਨਾਂ ਨੇ ਆਪਣੀ ਕਾਰਗੁਜ਼ਾਰੀ ਕਰਨ ਵਾਸਤੇ ਲਾ ਲਿਆ। ਉਹ ਤੋਂ ਬਾਅਦ ਤੁਹਾਨੂੰ ਦੁਆਰੇ ਠੀਕ ਹੈ, ਮੰਨਦੇ ਨਹੀਂ, ਮੈਨੂੰ ਇਹਨਾਂ ਦੇ ਵਿਸ਼ਵਾਸ ਤੇ ਕੋਈ ਭਰੋਸਾ ਨਹੀਂ ਹੈ। ਪਰ ਉਹ ਬੰਦਾ ਨਹੀਂ ਮਾਰ ਰਿਹਾ, ਕਹਿੰਦਾ ਮੇਰੇ ਘਰੇ ਅੱਜ ਕਹਿੰਦਾ ਸੌਦਾ ਲਿਆਣ ਜੋਗੇ ਪੈਸੇ ਨਹੀਂ। ਵਾਅਦਾ ਕੀਤਾ ਸੀ 31 ਮਾਰਚ ਨੂੰ ਜਿਹੜਾ ਤੁਹਾਡਾ ਬੰਦਾ ਬਕਾਇਆ 31 ਮਾਰਚ ਤੱਕ ਕਲੀਅਰ ਕਰ ਦਾਂ। 31 ਮਾਰਚ 2 ਮਹੀਨੇ ਬਾਅਦ ਵੀ ਲੰਘੇ। ਇਹਨਾਂ ਦਾ ਲਾਰਾ ਹੁੰਦਾ 2 ਦਿਨ 4 ਦਿਨ, 2 4 ਦਿਨ ਕਰਕੇ ਮੇਰੇ ਨਾਲ 2.5 ਮਹੀਨੇ ਲੰਘੇ। ਟੱਟੂ ਦੀ ਜਥੇਬੰਦੀ ਹੈ, ਮੈਂ ਕਿਹਾ ਹਰ ਇੱਕ ਬੰਦੇ ਦੀ ਆਪਣਾ ਆਪਣਾ ਓਪੀਨੀਅਨ ਹੈ। ਟੱਟੂ ਦੀ ਜਥੇਬੰਦੀ ਹੈ, ਟੱਟੂ ਦੀ ਜਥੇਬੰਦੀ ਹੈ, ਟੱਟੂ ਦੀ ਜਥੇਬੰਦੀ। ਫਿਰ ਸਭ ਤੋਂ ਵੱਡੀ ਗੱਲ ਤਾਂ ਅਸੀਂ ਸਾਡੇ ਐਕਸ਼ਨ ਸਾਹਿਬ ਨੇ, ਸਾਡੇ ਸਰਕਾਰਯੋਗ ਅਫਸਰ ਨੇ, ਇਹਨਾਂ ਵਾਸਤੇ ਇਹ ਗੱਲ ਨਹੀਂ ਪਾਉਂਦੀ ਵੀ ਸਾਡੇ ਜਥੇਬੰਦੀ ਵਾਸਤੇ ਗਲਤ ਸਿਧਾਂਤ ਕਰਤਾ। ਮੈਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਦੇ ਆ, ਅੱਗੋਂ ਗਲਤ ਬੋਲਦੇ, ਸ਼ਬਦਾਵਲੀ ਕਰਤਾ। ਜਿੰਨੇ ਵਾਰੀ ਮੈਂ ਆਇਆ ਦਫ਼ਤਰ ਦੇ ਵਿੱਚ ਸਾਡੀ ਤੂੰ ਮੈਂ ਗਾਲੋ ਗਾਲੀ ਵਾਲੀ ਗੱਲ ਹੁੰਦੀ ਹੈ। ਸ਼ਬਦਾਵਲੀ ਭੱਦੀ ਸ਼ਬਦਾਵਲੀ ਇਹੀ ਆ ਕਿ ਤੂੰ ਕੀ ਕਰ ਲੇਗਾ, ਜਾ ਗੱਲ ਜਾ, ਜਿਵੇਂ ਲੈਣੇ ਲੈ ਲਾ। ਮੈਂ ਜਿੰਨਾ ਚਿਰ ਮੇਰੇ ਕੋਈ ਮੰਗ ਦਾ ਪੱਕਾ ਹੱਲ ਨਹੀਂ ਹੁੰਦਾ, ਮੈਨੂੰ ਜਿੰਨਾ ਚਿਰ ਪੈਸੇ ਨਹੀਂ ਮਿਲਦੇ ਉਹਨਾਂ ਚਿਰ ਮੈਂ ਇੱਥੇ ਬੈਠੇ ਰਹਿਣਾ। ਮੈਂ ਚਾਹੇ ਮੈਂ ਮਰ ਜਾ ਚਾਹੇ ਕੁਛ ਹੋ ਜੇ, ਮੈਂ ਇੱਥੋਂ ਨਹੀਂ ਉੱਠਣਾ। ਡਰਾਂ 'ਚ ਧਰਨਾ ਲਾ ਕੇ ਬੈਠੇ ਆ, ਸਾਹਮਣੇ ਇੱਧਰ ਐਕਸ਼ਨ ਬਹਿੰਦੇ ਆ ਔਰ ਇਸ ਪਾਸੇ ਇਹ ਜਿਹੜਾ ਕੀ ਆ ਇੱਥੇ ਸਾਹਮਣੇ ਬਾਹਰ ਤੁਸੀਂ ਵੇਖੋ ਧਰਨਾ ਲਾ ਕੇ ਬੈਠੇ ਆ। ਪਹਿਲਾਂ ਮੈਨੂੰ ਕੁਛ ਕੁ ਪੇਮੈਂਟ ਕਰ ਦਿੰਦੇ ਸੀਗੇ ਗਾਏ ਬਗਾਏ। ਹੁਣ ਮੈਨੂੰ 3 ਮਹੀਨਿਆਂ ਤੋਂ ਲਗਾਤਾਰ ਪੇਮੈਂਟ ਤੋਂ ਇਹਨਾਂ ਨੇ ਜਵਾਬ ਦਿੱਤਾ, ਕੰਮ ਕਰਵਾ ਲਿਆ। ਉਸ ਤੋਂ ਬਾਅਦ ਕਹਿੰਦੇ ਹੁਣ ਅਸੀਂ ਕਿਸੇ ਹੋਰ ਤੋਂ ਕੰਮ ਕਰਵਾ ਲਾਂਗੇ, ਮੇਰੇ ਕੋਲੋਂ ਖਰਚਾ ਕਰਵਾ ਕੇ। ਕਿੰਨੇ ਪੈਸੇ ਆ? ਮੇਰੇ 1 ਲੱਖ ਦੇ ਕਰੀਬ ਹੈਗੇ। ਕਾਹਦੇ ਆ? ਮੈਂ ਰਿਪੇਅਰ ਕੀਤੀਆਂ, ਪਾਈਪਲਾਈਨਾਂ ਰਿਪੇਅਰ ਕੀਤੀਆਂ, ਜੋ ਵੀ ਮਹਿਕਮੇ ਦੇ ਮੇਨਟੇਨੈਂਸ ਦੇ ਕੰਮ ਮੈਂ ਕੀਤੇ ਪਿੰਡਾਂ ਦੇ ਵਿੱਚ। ਇਹਨਾਂ ਨੇ ਕਿਹਾ ਕਿ ਉਹਦੇ 'ਚ ਗੜਬੜੀਆਂ ਹੁੰਦੀਆਂ, ਕੁਤਾਹੀਆਂ ਹੁੰਦੀਆਂ ਕੰਮਾਂ ਦੇ ਵਿੱਚ, ਇਹ ਜਾਲੀ ਬਿੱਲ ਵੀ ਪਾਉਂਦੇ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਈਆਂ। ਅਗਰ ਇਹ ਸੀਐਮ ਭਗਵੰਤ ਮਾਨ ਨੂੰ ਪਤਾ ਲੱਗ ਗਿਆ ਤਾਂ ਜਲੂਸ ਕਿੰਨਾ ਕੁ ਨਿਕਲੂਗਾ ਉਹ ਤੁਸੀਂ ਵੀ ਜਾਣਦੇ ਹੋ, ਔਰ ਅਫਸਰ ਵੀ ਜਾਣਦੇ ਆ। ਉਹ ਤਾਂ ਕਹਿੰਦੇ ਨੇ ਵੀ ਮੈਂ ਤਾਂ ਘਰੇ ਨਹੀਂ ਜਾਣਾ, ਮੈਂ ਤਾਂ ਘਰੋਂ ਆਇਆ, ਘਰ ਦੇ ਜਵਾਕ ਸਕੂਲ ਵਾਸਤੇ ਫੀਸ ਦੇਣੀ ਹੈ, ਪੈਸਾ ਹੈਗਾ ਨਹੀਂ ਰੁਪਈਆ। ਤੇ ਮੈਨੂੰ ਨਾਲੇ ਦਫ਼ਤਰਾਂ ਦੇ ਵਿੱਚ ਲਗਾਤਾਰ ਗੇੜੇ ਮਰਾਏ ਜਾਂਦੇ ਆ। ਉਲਟਾ ਜਿਹੜਾ ਮੈਂ ਕੰਮ ਕੀਤਾ ਮੇਰੇ ਤੋਂ ਹੋਰ ਖਰਚਾ ਕਰਾਇਆ ਜਾਂਦਾ। ਨਹੀਂ ਦੇ ਰਹੇ ਜਵਾਬ ਦਿੱਤੇ। ਗੱਲ ਕੀਤੀ ਅੰਦਰ ਤੁਸੀਂ? ਮੈਂ ਗੱਲ ਕੀਤੀ ਹੈ, ਮੈਂ ਲਗਾਤਾਰ ਗੇੜੇ ਮਾਰੇ ਆ। ਮੈਨੂੰ ਦਿਮਾਗੀ ਤੌਰ ਤੇ ਮੈਂ ਕਾਰਜਕਾਰੀ ਇੰਜੀਨੀਅਰ ਨੇ ਗੱਲ ਕੀਤੀ ਹੈ, ਐਸਡੀਓ ਨੇ ਵੀ ਗੱਲ ਕੀਤੀ ਆ। ਐਸਡੀਓ ਕਹਿੰਦਾ ਮੈਂ ਜਿੰਨੀ ਮੇਰੀ ਕਾਰਵਾਈ ਮੈਂ ਕਰਕੇ ਐਕਸ਼ਨ ਦੇਤੀ, ਪੇਮੈਂਟ ਹੁਣ ਇਹਨਾਂ ਨੇ ਕਾਰਜਕਾਰੀ ਇੰਜੀਨੀਅਰ ਨੇ ਕਰਨੀ ਆ। ਇਹ ਹੁਣ ਜਵਾਬ ਦੇ ਰਹੇ ਆ। ਅੱਛਾ, ਮੈਨੂੰ ਇੱਕ ਚੀਜ਼ ਦੱਸੋ, ਜਿਹੜੇ ਅਧਿਕਾਰੀ ਬੈਠੇ ਆ, ਇਹ ਦਫ਼ਤਰ ਦੇ ਸੰਬੰਧਿਤ ਅਧਿਕਾਰੀ ਆ, ਕਿ ਉਹ ਸਾਫ਼ ਸੁਥਰੇ ਨੇ? ਵੇਖ ਲਓ ਤੁਹਾਡੇ ਸਾਹਮਣੇ, ਤੁਹਾਨੂੰ ਪਤਾ ਲੱਗ ਗਿਆ। ਸਾਫ਼ ਸੁਥਰੇ ਨੇ? ਕੋਈ ਕੁਤਾਹੀਆਂ ਹੈਗੀਆਂ? ਜਦੋਂ ਉਹਦਾ ਕਿਤੇ ਕੋਈ ਘਪਲੇ ਕੀਤੇ ਉਹਨਾਂ ਨੇ ਪਹਿਲਾਂ? ਜਿਹਦੇ ਪੈਸੇ ਦੇਣੇ ਆ ਕਿਹਦੇ ਮੂੰਹ ਮੱਥੇ ਲੱਗਾਂਗੇ? ਜਿਨ੍ਹਾਂ ਦੇ ਪੈਸੇ ਦੇਣੇ ਆ ਮੱਥੇ ਲੱਗਣਾ ਔਖਾ ਹੁੰਦਾ ਹੀ। ਜਿਨ੍ਹਾਂ ਦੇ ਪੈਸੇ ਦੇਣੇ, ਇਸ ਕਰਕੇ ਮੈਂ ਘਰੇ ਨਹੀਂ ਜਾਣਾ, ਮੈਂ ਇੱਥੇ ਪੱਕਾ ਇੱਥੇ ਹਾਂ। ਪਤਾ ਨਹੀਂ ਕਿਹੜੀ ਚਾਹ ਦੀ ਗੱਲ ਕਰਦੇ ਆ, ਫੁੱਲਾਂ ਵਾਲੀ ਚਾਹ ਕਿ ਪੱਤੀ ਵਾਲੀ ਚਾਹ? ਹੁਣ ਇਹ ਨਹੀਂ ਪਤਾ ਵੀ ਉਹ ਕਿਹੜੀ ਚਾਹ ਹੈ ਜਿਹੜੀ ਪਿਆਉਣ ਦੀ ਗੱਲ ਐਕਸ਼ਨ ਦੇ ਵੱਲੋਂ ਜਾਂ ਐਸਡੀਓ ਦੇ ਵੱਲੋਂ ਕੱਲ ਕੀਤੀ ਗਈ ਆ। ਇਹਦਾ ਪਾਣੀ ਦਾ ਜਿਹੜਾ ਕਿਰਾਇਆ ਹੁੰਦਾ, ਬਿੱਲ ਹੁੰਦਾ, ਉਹ ਹੁੰਦਾ, ਉਹ ਹੁਣ ਇਕੱਠਾ ਹੁੰਦਾ ਤੇ ਸਾਨੂੰ ਫਿਰ ਵੀ ਪੈਸੇ ਨਹੀਂ ਮਿਲਦੇ। ਉਹ ਕਿੱਥੇ ਜਾਂਦਾ? ਸਵਾਲ ਤਾਂ ਪੈਦਾ ਹੁੰਦਾ ਨਾ ਵੀ ਉਹ ਪੈਸਾ ਕਿੱਥੇ ਜਾਂਦਾ? ਤੁਹਾਡੇ ਮੁਤਾਬਕ ਕਿੱਥੇ ਜਾਂਦਾ? ਕਿਤੇ ਇਹੀ ਕਰਦੇ, ਉਹਨਾਂ ਪਰਾ ਕਰ ਜਾਂਦੇ ਜੀ। ਵਾਟਰ ਸਪਲਾਈ ਵਿਭਾਗ ਦੇ ਕਾਮੇ ਭੁੱਖ ਹੜਤਾਲ ਤੇ ਬੈਠੇ ਨੇ, ਇਸ ਪਾਸੇ ਤੁਸੀਂ ਨਜ਼ਰ ਮਾਰ ਸਕਦੇ ਹੋ। ਤਾਂ ਫਿਲਹਾਲ ਕੀ ਮਸਲਾ ਕੀ ਗੱਲ ਆ ਉਹ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ। ਹੱਥਾਂ ਦੇ ਵਿੱਚ ਹਾਰ ਫੜੇ ਹੋਏ ਆ। ਹਾਰ ਕਿਸ ਗੱਲ ਨੂੰ ਫੜੇ ਆ, ਕਿਉਂ ਫੜੇ ਆ? ਇਹ ਵਿਅਕਤੀ ਦੇ ਗਲ 'ਚ ਹਾਰ ਪਾਏ ਜਾ ਰਹੇ ਆ। ਚੰਗਾ ਕੰਮ ਕਰਦੇ ਆ ਤਾਂ ਕਹਿੰਦੇ ਹਾਰ ਪੈਂਦੇ ਆ ਗਲਾਂ ਦੇ ਵਿੱਚ, ਚੰਗਾ ਕੰਮ ਨਹੀਂ ਕਰਦੇ ਤਾਂ ਹਾਰ ਨਹੀਂ ਪੈਂਦੇ। ਪਰ ਇਹ ਜਿਹੜੇ ਹਾਰ ਪਾਏ ਗਏ ਆ, ਇਹ ਕਿਉਂ ਪਾਏ ਗਏ ਆ ਉਸ ਦੀ ਜਾਣਕਾਰੀ ਲੈ ਲੈਂਦੇ ਆ। ਬਾਈ ਜੀ, ਕਿਉਂ ਹਾਰ ਪਾਏ ਜਾ ਰਹੇ ਤੁਹਾਡੇ ਗਲ 'ਚ? ਮੈਂ ਹੀ ਪਹਿਲਾਂ ਵੀ ਇੱਕ ਇੰਟਰਵਿਊ ਦਿੱਤੀ ਸੀ, ਉਹਦੇ ਵਿੱਚ ਮੈਂ ਦੱਸਿਆ ਸੀਗਾ ਜੀ ਕਿ ਮੈਂ ਮਹਿਕਮੇ ਦੇ ਕੰਮ ਕਾਫੀ ਮਹੀਨਿਆਂ ਤੋਂ ਕਰਦਾ ਆ ਰਿਹਾ। ਪਹਿਲਾਂ ਮੈਨੂੰ ਕੁਛ ਕੁ ਪੇਮੈਂਟ ਕਰ ਦਿੰਦੇ ਸੀਗੇ ਗਾਏ ਬਗਾਏ। ਹੁਣ ਮੈਨੂੰ 3 ਮਹੀਨਿਆਂ ਤੋਂ ਲਗਾਤਾਰ ਪੇਮੈਂਟ ਤੋਂ ਇਹਨਾਂ ਨੇ ਜਵਾਬ ਦਿੱਤਾ, ਕੰਮ ਕਰਵਾ ਲਿਆ। ਉਸ ਤੋਂ ਬਾਅਦ ਕਹਿੰਦੇ ਹੁਣ ਅਸੀਂ ਕਿਸੇ ਹੋਰ ਤੋਂ ਕੰਮ ਕਰਵਾ ਲਾਂਗੇ, ਮੇਰੇ ਕੋਲੋਂ ਖਰਚਾ ਕਰਵਾ ਕੇ। ਤੇ ਇੱਥੇ ਮੈਨੂੰ ਨਾਲੇ ਦਫ਼ਤਰਾਂ ਦੇ ਵਿੱਚ ਲਗਾਤਾਰ ਗੇੜੇ ਮਰਾਏ ਜਾਂਦੇ ਆ। ਉਲਟਾ ਜਿਹੜਾ ਮੈਂ ਕੰਮ ਕੀਤਾ ਮੇਰੇ ਤੋਂ ਹੋਰ ਖਰਚਾ ਕਰਾਇਆ ਜਾਂਦਾ। ਤੇ ਨਾਲੇ ਮੈਂ ਜਦੋਂ ਦਫ਼ਤਰਾਂ ਦੇ ਵਿੱਚ ਆਉਣਾ ਮੈਨੂੰ ਕਿਤੇ ਕੋਈ ਬਹਾਨਾ ਮਾਰ ਦਿੱਤਾ ਜਾਂਦਾ ਕੰਮ ਦਾ, ਕਿਤੇ ਕੋਈ ਮਾਰ ਦਿੱਤਾ ਜਾਂਦਾ। ਹੁਣ ਥੋੜੇ ਦਿਨਾਂ ਤੋਂ ਇਹਨਾਂ ਨੇ ਮੈਨੂੰ ਜਵਾਬ ਦੇ ਦਿੱਤਾ। ਕਿੰਨੇ ਪੈਸੇ ਆ? ਮੇਰੇ 1 ਲੱਖ ਦੇ ਕਰੀਬ ਹੈਗੇ। ਕਾਹਦੇ ਆ?
ਮੈਂ ਰਿਪੇਅਰ ਕੀਤੀਆਂ, ਪਾਈਪਲਾਈਨਾਂ ਰਿਪੇਅਰ ਕੀਤੀਆਂ, ਜੋ ਵੀ ਮਹਿਕਮੇ ਦੇ ਮੇਨਟੇਨੈਂਸ ਦੇ ਕੰਮ ਆ ਉਹ ਮੈਂ ਕੀਤੇ ਪਿੰਡਾਂ ਦੇ ਵਿੱਚ। ਨਹੀਂ ਤੁਸੀਂ ਇਹਨਾਂ ਦੇ ਨਾਲ ਕੋਈ ਕੰਟੈਕਟ ਕੀਤਾ ਸੀ, ਕਿਵੇਂ ਕੀਤਾ ਸੀ, ਤੁਸੀਂ ਕਿਵੇਂ ਕੰਮ ਸ਼ੁਰੂ ਕਰਦੇ ਹੋ? ਜੀ ਇਹਨਾਂ ਨੇ ਮਹਿਕਮੇ ਨੇ ਮੇਰੇ ਜਦੋਂ ਪਹਿਲਾਂ ਐਕਸੀਅਨ ਰਸ਼ਪਿੰਦਰ ਸਿੰਘ ਜੀ ਆਏ ਸੀ, ਉਹਨਾਂ ਨੂੰ ਜਦੋਂ ਇਹ ਕੰਮ ਦੀ ਲੋੜ ਸੀਗੀ, ਬੰਦਾ ਨਹੀਂ ਹੋਰ ਕੋਈ ਮਿਲਦਾ ਸੀ, ਉਹਨਾਂ ਨੇ ਮੇਰੇ ਨਾਲ ਗੱਲ ਕਰਕੇ ਮੇਰੇ ਬ੍ਰਦਰ ਦੇ ਨਾਂ ਤੇ ਲਿਸਟਮੈਂਟ ਕਰਕੇ ਵੀ ਉਹਨਾਂ ਨੂੰ ਉਹਦੇ ਖਾਤੇ ਪੈਸੇ ਪਾ ਕੇ ਮੈਨੂੰ ਦਿੰਦੇ ਸੀਗੇ, ਉਹਦੇ ਨਾਂ ਤੇ ਜੋ ਵੀ ਕੰਡੀਸ਼ਨ ਪਾਸ ਉਹਦੇ ਨਾਂ ਤੇ ਕਰਦੇ ਸੀਗੇ। ਪਰ ਹੁਣ ਮੈਨੂੰ ਇਹਨਾਂ ਨੇ ਇੱਕ ਵਾਰੀ ਜਵਾਬ ਦੇ ਦਿੱਤਾ, ਮੈਂ ਪੈਸੇ 1 ਲੱਖ ਰੁਪਏ ਦੇ ਕਰੀਬ ਕੋਲੋਂ ਲਾਈ ਬੈਠਾ ਤੇ ਇਹ ਹੁਣ ਪੈਸੇ ਦੇਣ ਤੋਂ ਇਹਨਾਂ ਨੇ ਸਾਫ਼ ਜਵਾਬ ਦੇ ਦਿੱਤਾ ਮੈਨੂੰ। ਜਿਹੜੇ ਪੈਸੇ, ਇਹ ਨਹੀਂ ਗੱਲ ਵੀ ਉਹ ਪੈਸੇ ਪਾਸ ਨਹੀਂ ਹੁੰਦੇ, ਕੰਡੀਸ਼ਨਾਂ ਪਾਸ ਹੁੰਦੀਆਂ, ਉਹ ਜਿਹੜੇ ਪਾਸ ਹੁੰਦੇ ਪੈਸੇ ਉਹ ਇਹਨਾਂ ਦੀਆਂ ਜੇਬਾਂ ਦੇ ਵਿੱਚ ਚਲੇ ਜਾਂਦੇ ਆ। ਹੋਰ ਵੀ ਕੰਡੀਸ਼ਨਾਂ ਲੱਗਦੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਪੈਸੇ ਇਕੱਠੇ ਕਰਦੇ ਆ, ਪੈਸੇ ਇਕੱਠੇ ਕਰਕੇ ਕੰਡੀਸ਼ਨਾਂ ਬਣਾ ਕੇ ਪੈਸੇ ਆਪਦੀਆਂ ਜੇਬਾਂ ਦੇ ਵਿੱਚ ਪਾ ਲੈਂਦੇ ਜਿਹੜੇ ਸਾਨੂੰ ਦੇਣੇ ਆ। ਮੈਂ ਇਕੱਲਾ ਨਹੀਂ, ਹੋਰ ਵੀ ਸਾਥੀ ਆ, ਜੇ ਤੁਸੀਂ ਪੁੱਛੋਗੇ ਬਹੁਤ ਸਾਥੀ ਆ ਜਿਨ੍ਹਾਂ ਦਾ 30-30,000 20,000 ਬਹੁਤ ਸਾਥੀਆਂ ਦੇ ਪੈਸੇ ਕੋਲੋਂ ਲੱਗੇ ਆ, ਪਰ ਉਹਨਾਂ ਨੂੰ ਵੀ ਪੇਮੈਂਟ ਨਹੀਂ ਦਿੱਤੀ ਗਈ। ਉਹਨਾਂ ਸਾਥੀਆਂ ਦੇ ਪੈਸੇ ਵੀ ਇਹਨਾਂ ਦੀਆਂ ਜੇਬਾਂ ਦੇ ਵਿੱਚ ਚਲੇ ਗਏ ਆ। ਤੁਹਾਡੇ ਕਿੰਨੇ ਟਾਈਮ ਤੋਂ ਪੈਸੇ ਆ? ਮੇਰੇ 3 ਮਹੀਨਿਆਂ ਤੋਂ ਅੱਛਾ, ਕਿੰਨੇ ਪੈਸੇ ਆ ਟੋਟਲ? 1 ਲੱਖ ਅੱਛਾ, ਹੁਣ ਇਹ ਨਹੀਂ ਦੇ ਰਹੇ? ਨਹੀਂ ਦੇ ਰਹੇ, ਜਵਾਬ ਦਿੱਤਾ ਇਹਨਾਂ ਨੇ। ਗੱਲ ਕੀਤੀ ਅੰਦਰ ਤੁਸੀਂ? ਮੈਂ ਗੱਲ ਕੀਤੀ ਹੈ, ਮੈਂ ਲਗਾਤਾਰ ਗੇੜੇ ਮਾਰਿਆ, ਮੈਨੂੰ ਦਿਮਾਗੀ ਤੌਰ ਤੇ ਮੈਂ ਕਾਰਜਕਾਰੀ ਇੰਜੀਨੀਅਰ ਨੇ ਵੀ ਗੱਲ ਕੀਤੀ ਹੈ, ਐਸਡੀਓ ਨਾਲ ਵੀ ਗੱਲ ਕੀਤੀ ਆ। ਐਸਡੀਓ ਕਹਿੰਦਾ ਮੈਂ ਜਿੰਨੀ ਮੇਰੀ ਕਾਰਵਾਈ ਮੈਂ ਕਰਕੇ ਐਕਸ਼ਨ ਦੇਤੀ, ਪੇਮੈਂਟ ਹੁਣ ਇਹਨਾਂ ਨੇ ਕਾਰਜਕਾਰੀ ਇੰਜੀਨੀਅਰ ਨੇ ਕਰਨੀ ਆ। ਇਹ ਹੁਣ ਜਵਾਬ ਦੇ ਰਹੇ ਆ। ਅੱਜ ਤੁਸੀਂ ਉਹਨਾਂ ਦੇ ਦਰਾਂ 'ਚ ਬੈਠੇ ਹੋ, ਕੀ ਕਿਹਾ ਉਹਨਾਂ ਨੇ? ਤੁਸੀਂ ਗੱਲ ਕੀਤੀ ਅੱਜ? ਮੈਂ ਕੱਲ ਵੀ ਭੁੱਖ ਹੜਤਾਲ ਤੇ ਬੈਠਾ ਸੀਗਾ ਜੀ। ਕੱਲ ਵੀ ਸ਼ਾਮ ਨੂੰ ਮੇਰੀ ਹਾਲਤ ਪੁੱਛਣ ਦੇ ਬਜਾਏ ਇਹਨਾਂ ਨੇ ਉਲਟਾ ਮੇਰੇ ਨਾਲ ਧਰਨੇ ਤੇ ਬੈਠਣਾ, ਮੇਰੇ ਨਾਲ ਬਹਿਸਬਾਜ਼ੀ ਕਰਕੇ ਗਏ ਆ। ਮੈਨੂੰ ਕਹਿੰਦੇ ਤੁਹਾਨੂੰ ਕਿਤੇ ਫੁੱਲਾਂ ਵਾਲੀ ਚਾਹ ਪਿਆਉਣੀ ਆ, ਕਿਤੇ ਕਿਹੜੀ ਚਾਹ ਪਿਆਉਣੀ ਆ। ਉਲਟਾ ਮੇਰੇ ਨਾਲ ਜੇ ਭੱਦੇ ਮਜ਼ਾਕ ਕਰਕੇ, ਕੀ ਮਤਲਬ ਆ? ਕੀ ਮਤਲਬ ਫੁੱਲਾਂ? ਪਤਾ ਨਹੀਂ ਕਿਹੜੀ ਰੋਜ਼ ਵਾਲੀ ਚਾਹ ਕਿਹੜੀ, ਮੈਨੂੰ ਕਹਿੰਦੇ ਚਾਹ ਪਿਆਉਣੇ, ਤੂੰ ਉੱਠ ਖੜ ਇੱਥੋਂ, ਕਹਿੰਦੇ ਤੇਰਾ ਹੀ ਮਸਲਾ ਹੱਲ ਕਰ ਦਿਆਂਗੇ। ਬਸ ਇੰਨਾ ਕਹਿ ਕੇ ਮੈਨੂੰ ਉਲਟਾ ਮੇਰੇ ਨਾਲ ਭੱਦੇ ਮਜ਼ਾਕ ਕੀਤੇ ਗਏ ਗੱਲ ਤੇ। ਹਾਲਤ ਕੀ ਆ ਤੁਹਾਡੀ ਹੁਣ ਇਸ ਟਾਈਮ? ਮੈਂ ਕੱਲ ਸਵੇਰ ਤੋਂ ਲੈ ਕੱਲ ਕੋਈ ਪਾਣੀ ਨਹੀਂ ਪੀਤਾ ਸੀ ਆ। ਅੱਜ ਹੀ ਮੈਂ ਭੁੱਖ ਹੜਤਾਲ ਤੇ ਬੈਠਾ ਹੋਇਆ। ਮੈਂ ਜਿੰਨਾ ਚਿਰ ਮੇਰੇ ਕੋਈ ਮੰਗ ਦਾ ਪੱਕਾ ਹੱਲ ਨਹੀਂ ਹੁੰਦਾ, ਮੈਨੂੰ ਜਿੰਨਾ ਚਿਰ ਪੈਸੇ ਨਹੀਂ ਮਿਲਦੇ, ਉਹਨਾਂ ਚਿਰ ਮੈਂ ਇੱਥੇ ਬੈਠੇ ਰਹਿਣਾ। ਮੈਂ ਚਾਹੇ ਮੈਂ ਮਰ ਜਾ, ਚਾਹੇ ਕੁਛ ਹੋ ਜੇ, ਮੈਂ ਇੱਥੋਂ ਨਹੀਂ ਉੱਠਣਾ। ਮੈਂ ਇੱਥੇ ਪੱਕਾ ਹੀ ਬੈਠਾ, ਅੱਜ ਤੋਂ ਮੈਂ ਉੱਠਣਾ ਨਹੀਂ ਇੱਥੋਂ ਦਫ਼ਤਰ ਦੇ ਮੂਹਰਿਓਂ ਜਿੰਨਾ ਚਿਰ ਮੈਨੂੰ ਮੇਰੇ ਪੈਸੇ ਨਹੀਂ ਮਿਲਦੇ। ਅੱਛਾ, ਤੁਸੀਂ ਜਿਹੜਾ ਕੰਮ ਕਰਦੇ ਸੀ, ਤੁਹਾਨੂੰ ਕੋਈ ਫੋਨ ਆਉਂਦੇ ਸੀ ਕੰਮ ਕਰਵਾਉਣ ਲਈ? ਉਹ ਕਿਸ ਤਰੀਕੇ ਨਾਲ ਕਰਦੇ ਸੀ? ਹਾਂਜੀ, ਮੈਨੂੰ ਐਕਸ਼ਨ ਦਾ ਵੀ ਫੋਨ ਆਉਂਦਾ ਜਦੋਂ ਕੋਈ ਜ਼ਿਆਦਾ ਉਹ ਜਾਂ ਕੋਈ ਰੌਲੇ ਵਾਲੀ ਜਦੋਂ ਗੱਲ। ਪਿੰਡਾਂ 'ਚ ਤੁਸੀਂ ਕੰਮ ਕਰਦੇ ਹੋ, ਕੋਈ ਸਮਾਨ ਟੁੱਟਦਾ ਜਾਂ ਪਾਉਂਦੇ ਹੋ ਪਾਈਪਾਂ, ਜਿਵੇਂ ਤੁਸੀਂ ਪਾਈਪਲਾਈਨ ਕਿਹਾ, ਹਾਂਜੀ, ਉਹ ਕਿਹੜੇ ਫੋਨ ਤੇ ਤੁਸੀਂ ਉਹ ਕੰਮ ਕਰਦੇ ਹੋ? ਮੈਂ ਮਹਿਕਮੇ ਦੇ ਫੋਨ ਤੇ ਕੰਮ ਕਰਦਾ ਜੀ। ਅੱਛਾ, ਹਾਂਜੀ, ਮੈਨੂੰ ਜੇਈ ਐਸਡੀਓ ਐਕਸ਼ਨ ਇਹਨਾਂ ਦੀਆਂ ਕਾਲ ਤੇ ਮੈਂ ਕੰਮ ਕਰਦਾ। ਜੋ ਵੀ ਮੈਨੂੰ ਕਹਿੰਦੇ ਆ ਮੈਂ ਉਹਦੇ ਇਹਨਾਂ ਦੇ ਕਹਿਣ ਤੇ ਕਰਦਾ, ਨਾ ਕਿ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਦਾ। ਅੱਛਾ, ਹੁਣ ਤੁਹਾਡੀ ਹਾਲਤ ਕਿਵੇਂ, ਨਾਜ਼ੁਕ ਆ ਜਾਂ ਕਿਵੇਂ? ਬਸ ਅੱਗੇ ਨਾਲੋਂ ਠੀਕ ਹੈ। ਵੈਸੇ ਮੇਰਾ ਗਲਾ ਵੀ ਪੂਰਾ ਸੁੱਕਿਆ ਪਿਆ ਇਸ ਵਕਤ, ਬੋਲਿਆ ਨਹੀਂ ਜਾਂਦਾ ਸਹੀ। ਗਰਮੀ ਤਾਂ ਦੇਣਾ? ਗਰਮੀ ਤਾਂ ਦੇਣਾ ਹੀ। ਬਾਕੀ ਅੱਜ ਵੀ ਮੈਂ ਤੜਕੇ ਤੋਂ ਹੁਣ ਜਾਵਾਂ ਕੁਛ ਨਹੀਂ, ਬਸ ਆਈ ਹੈ। ਇਹਨਾਂ ਦੇ ਲੱਗਦਾ ਕੰਨ ਤੇ ਕੋਈ ਜੂੰ ਸਰਕ? ਨਹੀਂ, ਕੋਈ ਜੂੰ ਨਹੀਂ ਸਰਕਦੀ। ਇਹਨਾਂ ਦੇ ਇਹ ਤਾਂ ਆਪ ਏਸੀਆਂ ਦੇ ਵਿੱਚ ਬੈਠੇ ਆ ਜੀ। ਇਹਨਾਂ ਦਾ ਸਾਰਾ ਕੁਝ ਵਧੀਆ ਚੱਲੀ ਜਾਂਦਾ। ਇਹਨਾਂ ਨੂੰ ਕੋਈ ਤੁਹਾਡਾ ਘਰ ਦਾ ਕਿਵੇਂ ਗੁਜ਼ਾਰਾ ਚੱਲਦਾ? ਘਰ ਦੀ ਆਰਥਿਕ ਹਾਲਤ ਮੰਦੀ ਆ ਜੀ। ਹੁਣ ਜਿਹੜੇ ਪੈਸੇ ਸੀਗੇ ਉਹ ਤਾਂ ਹੁਣ ਮੈਂ ਕੰਮ ਤੇ ਲਾਈ ਬੈਠਾ ਜੀ, ਤੇ ਹੁਣ ਮੈਂ ਘਰੇ ਜਾ ਕੇ ਮੂੰਹ ਖਾਊਂਗਾ ਜਾ ਕੇ। ਮੈਂ ਇਸ ਕਰਕੇ ਹੁਣ ਮੈਂ ਘਰੇ ਜਾਣਾ ਹੀ ਨਹੀਂ। ਇਹ ਮੇਰਾ ਪੱਕਾ ਤੈਅ, ਮੈਂ ਘਰੇ ਨਹੀਂ ਜਾਣਾ। ਨਹੀਂ, ਕਾਰਨ ਕਿਉਂ ਨਹੀਂ ਜਾਣਾ ਘਰੇ? ਕਾਰਨ ਜਿਹਦੇ ਪੈਸੇ ਦੇਣੇ ਆ, ਕਿਹਦੇ ਮੂੰਹ ਮੱਥੇ ਲੱਗਾਂਗੇ? ਜਿਨ੍ਹਾਂ ਦੇ ਪੈਸੇ ਦੇਣੇ ਆ ਮੱਥੇ ਲੱਗਣਾ ਔਖਾ ਹੁੰਦਾ ਜੀ, ਜਿਨ੍ਹਾਂ ਦੇ ਪੈਸੇ ਦੇਣੇ ਆ। ਇਸ ਕਰਕੇ ਮੈਂ ਘਰੇ ਨਹੀਂ ਜਾਣਾ। ਮੈਂ ਇੱਥੇ ਪੱਕਾ ਇੱਥੇ ਹੀ ਹਾਂ। ਬਿਲਕੁਲ, ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਵਿਅਕਤੀ, ਕੀ ਨਾਮ ਦੱਸਿਆ ਤੁਸੀਂ ਆਪਣਾ? ਬਲਜੀਤ ਸਿੰਘ। ਬਲਜੀਤ ਸਿੰਘ, ਜੋ ਵਾਟਰ ਸਪਲਾਈ ਵਿਭਾਗ ਦੇ ਵਿੱਚ ਇੱਕ ਕੰਪਲੇਂਟੈਂਟ ਆ, ਯਾਨੀ ਕਿ ਕੰਪਲੇਂਟ ਲੈ ਕੇ ਕੰਮ ਕਰਦਾ ਹੈ। ਲੋਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਪਿੰਡਾਂ ਦੇ ਵਿੱਚ, ਪਾਣੀ ਦੀਆਂ ਟੈਂਕੀਆਂ ਦੇ ਨਾਲ ਰਿਲੇਟਡ ਜਾਂ ਪਾਈਪਲਾਈਨ ਜਾਂਦੀ ਆ ਘਰਾਂ ਦੇ ਵਿੱਚ ਆਰਓ ਦੀ, ਤਾਂ ਉਹ ਪਾਣੀ ਨੂੰ ਜਿਹੜਾ ਕੀ ਆ ਉਦੋਂ ਪਹੁੰਚਾਉਂਦਾ ਸਹੀ ਸਮੇਂ ਤੇ, ਕਹਿ ਸਕਦੇ ਆ। ਜਾਂ ਕੋਈ ਖਰਾਬੀ ਆਉਂਦੀ ਆ, ਕੋਈ ਉਹਦੇ ਵਿੱਚ ਪਾਈਪ ਖਰਾਬ ਹੋ ਗਈ ਜਾਂ ਕੋਈ ਬੋਰ ਦੇ ਵਿੱਚ ਪ੍ਰੋਬਲਮ ਆ ਗਈ, ਜਾਂ ਉਹਦੇ 'ਚ ਇਹ ਬੰਦਾ ਰਿਪੇਅਰ ਕਰਦਾ, ਯਾਨੀ ਕਿ ਮਿਸਤਰੀ ਦਾ ਕੰਮ ਕਰਦਾ। ਤੁਹਾਨੂੰ ਸਿੱਧੀ ਭਾਸ਼ਾ 'ਚ ਦੱਸੀਏ, ਔਰ ਲੰਮੇ ਸਮੇਂ ਤੋਂ ਇਹ ਕਹਿ ਰਿਹਾ ਕਿ ਮੇਰਾ ਜਿਹੜਾ ਪੈਸਾ ਉਹ ਨਹੀਂ ਦਿੱਤਾ ਜਾ ਰਿਹਾ। ਪਹਿਲਾਂ ਵੀ ਤੁਹਾਨੂੰ ਦੱਸ ਦਈਏ, ਮਜ਼ਦੂਰ ਦਿਵਸ ਵਾਲੇ ਦਿਨ ਇਹ ਵਿਅਕਤੀ ਦੀ ਇੰਟਰਵਿਊ ਕੀਤੀ ਸੀ, ਪਰ ਕੰਨ ਤੇ ਜੂੰ ਨਹੀਂ ਸਰਕੀ ਇਹਨਾਂ ਅਧਿਕਾਰੀਆਂ ਦੇ। ਫਿਲਹਾਲ ਅੱਜ ਦਰਾਂ 'ਚ ਬਹਿ ਗਏ ਨੇ, ਦਰਾਂ 'ਚ ਧਰਨਾ ਲਾ ਕੇ ਬੈਠੇ ਆ। ਸਾਹਮਣੇ ਇੱਧਰ ਐਕਸ਼ਨ ਬਹਿੰਦੇ ਆ, ਔਰ ਇਸ ਪਾਸੇ ਇਹ ਜਿਹੜਾ ਕੀ ਆ ਇੱਥੇ ਸਾਹਮਣੇ ਬਾਹਰ ਤੁਸੀਂ ਵੇਖੋ ਧਰਨਾ ਲਾ ਕੇ ਬੈਠੇ ਆ। ਇਹ ਕਹਿੰਦੇ ਆ ਕਿ ਅਸੀਂ ਨਹੀਂ ਉੱਠਾਂਗੇ ਜਿੰਨੀ ਦੇਰ ਤੱਕ ਸਾਡਾ ਹੱਲ ਨਹੀਂ ਹੁੰਦਾ, ਜਿੰਨੀ ਦੇਰ ਤੱਕ ਸਾਨੂੰ ਪੈਸੇ ਨਹੀਂ ਦਿੱਤੇ ਜਾਂਦੇ। ਔਰ ਇਸ ਪਾਸੇ ਜਿਹੜੇ ਐਕਸ਼ਨ ਨੇ ਇਹ ਕਹਿੰਦੇ ਆ ਕਿ ਬਹਾਨੇਬਾਜ਼ੀ ਕਰਦੇ ਆ, ਗੱਲ ਨਹੀਂ ਸੁਣਦੇ। ਪਤਾ ਨਹੀਂ ਕਿਹੜੀ ਚਾਹ ਦੀ ਗੱਲ ਕਰਦੇ ਆ, ਫੁੱਲਾਂ ਵਾਲੀ ਚਾਹ ਕਿ ਪੱਤੀ ਵਾਲੀ ਚਾਹ। ਹੁਣ ਇਹ ਨਹੀਂ ਪਤਾ ਵੀ ਉਹ ਕਿਹੜੀ ਚਾਹ ਹੈ ਜਿਹੜੀ ਪਿਆਉਣ ਦੀ ਗੱਲ ਐਕਸ਼ਨ ਦੇ ਵੱਲੋਂ ਜਾਂ ਐਸਡੀਓ ਦੇ ਵੱਲੋਂ ਕੱਲ ਕੀਤੀ ਗਈ ਆ। ਇਹ ਗੱਲ ਬਲਜੀਤ ਸਿੰਘ ਕਹਿੰਦਾ ਦਿਖਾਈ ਦੇ ਰਿਹਾ। ਔਰ ਤੁਸੀਂ ਨਜ਼ਰ ਮਾਰੋ, ਇੱਕ ਪਾਸੇ ਮਜ਼ਦੂਰ ਦਿਵਸ ਵਾਲੇ ਦਿਨ ਵੱਡੇ ਵੱਡੇ ਬੈਨਰ ਬਣਾ ਕੇ ਵੱਡੇ ਵੱਡੇ ਅਫਸਰਾਂ ਨੇ ਇਹ ਗੱਲਾਂ ਪ੍ਰਮੋਟ ਕੀਤੀਆਂ ਸੀ ਮਜ਼ਦੂਰ ਦਿਵਸ ਵਾਲੇ ਦਿਨ, ਪਰ ਇੱਧਰ ਦੇਖੋ ਕਿ ਮਜ਼ਦੂਰ ਇੱਕ ਦੀ ਜਿਹੜੇ ਪੈਸੇ ਆ ਵਿਆਜਾਂ ਤੇ ਫੜ ਕੇ ਲਾਈ ਬੈਠਾ, ਔਰ ਅੱਜ ਧਰਨਾ ਲਾਉਣ ਲਈ, ਯਾਨੀ ਕਿ ਆਪਣੇ ਪੈਸੇ ਲੈਣ ਲਈ
ਧਰਨਾ ਲਾਉਣਾ ਪੈ ਰਿਹਾ, ਆਪਣਾ ਮਿਹਨਤ ਦਾ ਹੱਕ ਲੈਣ ਦੇ ਲਈ ਧਰਨਾ ਲਾਉਣਾ ਪੈ ਰਿਹਾ, ਔਰ ਜਿਹੜੇ ਅਫਸਰ ਆ ਉਹ ਅੰਦਰ ਖੁੱਲ੍ਹੇਆਮ ਏਸੀਆਂ ਦੇ ਵਿੱਚ ਪਏ ਆ, ਆਰਾਮ ਨਾਲ ਬੈਠੇ ਏਸੀਆਂ ਦੇ ਵਿੱਚ। ਔਰ ਮੈਂ ਗੱਲ ਕਰਾਂ ਤਾਂ ਅਗਰ ਸੀਐਮ ਭਗਵੰਤ ਮਾਨ ਨੂੰ ਇਹ ਗੱਲਾਂ ਪਤਾ ਲੱਗ ਗਈਆਂ ਕਿ ਇੱਥੋਂ ਦੇ ਜਿਹੜੇ ਸਟਾਫ ਆ ਇਸ ਤਰ੍ਹਾਂ ਕਰਦੇ ਆ, ਐਕਸ਼ਨ ਇਸ ਤਰ੍ਹਾਂ ਕਰਦਾ, ਜਾਂ ਐਸਡੀਓ ਇਸ ਤਰ੍ਹਾਂ ਕਰਦੇ ਆ, ਜਾਂ ਸੰਬੰਧਿਤ ਹੋਰ ਅਧਿਕਾਰੀ ਇਸ ਤਰ੍ਹਾਂ ਕਰਦੇ ਆ ਜਿਵੇਂ ਇਹਨਾਂ ਨੇ ਕਿਹਾ ਕਿ ਉਹਦੇ 'ਚ ਗੜਬੜੀਆਂ ਹੁੰਦੀਆਂ, ਕੁਤਾਹੀਆਂ ਹੁੰਦੀਆਂ ਕੰਮਾਂ ਦੇ ਵਿੱਚ, ਇਹ ਜਾਲੀ ਬਿੱਲ ਵੀ ਪਾਉਂਦੇ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਹੀਆਂ, ਅਗਰ ਇਹ ਸੀਐਮ ਭਗਵੰਤ ਮਾਨ ਨੂੰ ਪਤਾ ਲੱਗ ਗਿਆ ਤਾਂ ਜਲੂਸ ਕਿੰਨਾ ਕੁ ਨਿਕਲੂਗਾ ਉਹ ਤੁਸੀਂ ਵੀ ਜਾਣਦੇ ਹੋ, ਔਰ ਇਹ ਅਫਸਰ ਵੀ ਜਾਣਦੇ ਆ। ਬਾਕੀ ਇਹ ਕੱਲ ਦਾ ਬੈਠਾ ਇਹ ਤੁਹਾਡਾ ਸਾਥੀ ਭੁੱਖ ਹੜਤਾਲ ਤੇ, ਕੀ ਲੱਗਦਾ ਇਹਨਾਂ ਦੀ ਹਾਲਤ ਹੁਣ ਕੀ ਆ? ਲੱਗਦਾ ਕੁਝ ਸੁਣਨਗੇ ਅੰਦਰਲੇ ਗੱਲ ਕਿ ਨਹੀਂ? ਕੋਈ ਨਹੀਂ, ਅਸੀਂ ਕੱਲ੍ਹ ਇਹ ਸਾਥੀ 4-5 ਜਣੇ ਸੀ, ਇਹਨਾਂ ਕੋਈ ਗੱਲ ਨਹੀਂ ਸੁਣੀ, ਅਸੀਂ ਇਸ ਲਈ ਅੱਜ ਸਾਰੇ ਇਕੱਠੇ ਹੋ ਕੇ ਆਏ ਆ। ਬੈਠੇ ਆ, ਕੋਈ ਨਹੀਂ, ਦੇਖਦੇ ਆ ਮੀਟਿੰਗ 'ਚ ਕੀ ਹੱਲ ਨਿਕਲਦਾ। ਜੇ ਕੋਈ ਸਿੱਟਾ ਨਿਕਲਿਆ ਠੀਕ ਹੈ, ਨਹੀਂ ਤਾਂ ਬੈਠੇ ਆ, ਕੋਈ ਇਸ ਤੋਂ ਤਿੱਖਾ ਸੰਘਰਸ਼ ਲਿਖਾਂਗੇ ਜੀ। ਹਾਲਤ ਕਾਫੀ ਮੰਦੀ ਹੈ ਇਹਨਾਂ ਦੀ, ਕੀ ਕਹਿੰਦੇ ਕੀ ਕੱਲ ਨਾਲੋਂ ਕਾਫੀ ਤੁਹਾਨੂੰ ਕੀ ਕਹਿੰਦੇ ਨੇ? ਇਹ ਡਾਊਨ ਆਈ ਹਾਲਤ, ਉਹਨਾਂ ਦਾ ਪਾਣੀ ਵੀ ਨਹੀਂ ਪੀਤਾ ਕੱਲ। ਨਹੀਂ, ਇਹ ਤੁਹਾਨੂੰ ਕੀ ਦੱਸਦੇ ਨੇ, ਕੀ ਮੈਂ ਕਰਾਂਗਾ? ਉਹ ਤਾਂ ਕਹਿੰਦੇ ਨੇ ਵੀ ਮੈਂ ਤਾਂ ਘਰੇ ਨਹੀਂ ਜਾਣਾ, ਮੈਂ ਤਾਂ ਘਰੋਂ ਆਇਆ, ਘਰ ਦੇ ਜਵਾਕ ਸਕੂਲ ਵਾਸਤੇ ਫੀਸ ਦੇਣੀ ਹੈ, ਪੈਸਾ ਹੈਗਾ ਨਹੀਂ ਰੁਪਈਆ। ਚਲੋ ਸਾਥੀ ਨੇ ਮੇਰੇ ਤੋਂ ਵੀ ਲਏ ਸੀਗੇ ਪਿੱਛੇ ਆ, ਉਹਨੂੰ ਪੈਸੇ ਨਹੀਂ ਮਿਲੇ, 3-4 ਮਹੀਨਿਆਂ ਦੇ ਨਾਲ ਪੈਸੇ ਅੜੇ ਹੋਏ ਨੇ। ਤੇ ਹੁਣ ਉਹ ਕਹਿੰਦੇ ਨੇ ਮੈਂ ਘਰੇ ਨਹੀਂ ਜਾਣਾ, ਮੈਨੂੰ ਪੈਸੇ ਮਿਲ ਜਾਣਗੇ ਤੇ ਜਾਣਾ, ਨਹੀਂ ਤਾਂ ਮੈਂ ਤਾਂ ਇੱਥੇ ਆਉਦਾ ਕੰਮ ਪੱਕਾ ਬੈਠਾ। ਜੇ ਕੋਈ ਮੈਨੂੰ ਇਸ ਤੋਂ ਵੀ ਤਿੱਖਾ ਕਰਨਾ ਪਿਆ, ਕੁਝ ਵੀ ਕਰਨਾ ਪਿਆ, ਮੈਂ ਕਰਾਂਗਾ, ਪਰ ਮੈਂ ਘਰੇ ਨਹੀਂ ਜਾਣਾ, ਉਹਦੇ ਪੈਸੇ ਲੈ ਕੇ ਜਾਣੇ ਆ। ਅੱਛਾ, ਮੈਨੂੰ ਇੱਕ ਚੀਜ਼ ਦੱਸੋ, ਜਿਹੜੇ ਅਧਿਕਾਰੀ ਬੈਠੇ ਆ, ਇਹ ਦਫ਼ਤਰ ਦੇ ਸੰਬੰਧਿਤ ਅਧਿਕਾਰੀ ਆ, ਕੀ ਉਹ ਸਾਫ਼ ਸੁਥਰੇ ਨੇ? ਵੇਖ ਲਓ ਤੁਹਾਡੇ ਸਾਹਮਣੇ, ਤੁਹਾਨੂੰ ਪਤਾ ਲੱਗ ਗਿਆ। ਸਾਫ਼ ਸੁਥਰੇ ਨੇ? ਕੋਈ ਕੁਤਾਹੀਆਂ ਹੈਗੀਆਂ? ਜਦੋਂ ਉਹਦਾ ਕਿਤੇ ਕੋਈ ਘਪਲੇ ਕੀਤੇ ਉਹਨਾਂ ਨੇ ਪਹਿਲਾਂ? ਜਦੋਂ ਇਹਨਾਂ ਉਹਦੇ ਕੰਮ ਕਰਨੇ ਹੁੰਦੇ ਜੀ, ਅੱਜ ਲੈਟਰ ਭੇਜੀ, ਅਗਲੇ ਦਿਨ ਪੇਮੈਂਟ ਲੈ ਲੈਂਦੇ ਨੇ। ਤੇ ਆ ਤੁਸੀਂ ਇੰਟਰਵਿਊ ਕਰਕੇ ਗਏ ਅੱਗੇ 1 ਮਈ ਨੂੰ ਕਰਕੇ ਗਏ ਸੀ ਮੁੰਡੇ ਦੀ, ਤੇ ਅੱਜ ਮਹੀਨਾ ਹੋ ਗਿਆ, ਪੂਰਾ ਮਹੀਨਾ ਹੋ ਗਿਆ। ਅਜੇ ਉੱਥੇ ਗੱਲ ਜਮਾ ਨਹੀਂ ਲਈ ਉੱਥੋਂ। ਨਹੀਂ, ਜਿਵੇਂ ਉਹਨੇ ਇਸ਼ਾਰਾ ਦਿੱਤਾ ਸੀਗਾ, ਆਫ ਕੈਮਰਾ ਵੀ ਦੱਸਿਆ ਸੀ ਕਿ ਬੜੇ ਬਿੱਲ ਜਿਹੜੇ ਆ ਉਹ ਖਾਨਾ ਪੂਰਤੀ ਕਰਕੇ ਅਸੀਂ ਪੈਸੇ ਇਕੱਠੇ ਕਰਕੇ ਲਿਆਉਣੇ ਆ। ਸਭ ਕੁਝ ਹੁੰਦਾ ਜੀ। ਇਹ ਸਾਡੇ ਨਾਲ ਪਹਿਲਾਂ ਰੈਵਨਿਊ ਨਹੀਂ ਸੀ ਇਕੱਠਾ ਹੁੰਦਾ, ਜਿਹੜਾ ਆਪਾਂ ਪਿੰਡਾਂ ਸਕੀਮਾਂ 'ਚ ਬਿੱਲਾਂ 'ਚ ਹੁੰਦਾ, ਮਤਲਬ ਟੂਟੀ ਦਾ ਪਾਣੀ ਦਾ ਜਿਹੜਾ ਕਿਰਾਇਆ ਹੁੰਦਾ, ਬਿੱਲ ਹੁੰਦਾ, ਉਹ ਹੁੰਦਾ, ਉਹ ਹੁਣ ਇਕੱਠਾ ਹੁੰਦਾ ਤੇ ਸਾਨੂੰ ਫਿਰ ਵੀ ਪੈਸੇ ਨਹੀਂ ਮਿਲਦੇ। ਤੇ ਉਹ ਕਿੱਥੇ ਜਾਂਦਾ? ਸਵਾਲ ਤਾਂ ਪੈਦਾ ਹੁੰਦਾ ਨਾ ਵੀ ਉਹ ਪੈਸਾ ਕਿੱਥੇ ਜਾਂਦਾ? ਤੁਹਾਡੇ ਮੁਤਾਬਕ ਕਿੱਥੇ ਜਾਂਦਾ? ਕਿਤੇ ਇਹੀ ਕਰਦੇ ਉਰਾਂ ਪਰਾਂ ਕਰ ਜਾਂਦੇ ਜੀ, ਕਿਤੇ ਬਿੱਲ ਪੈਂਦੇ ਜਲਦੀ, ਸਾਰਾ ਕੁਝ ਹੁੰਦਾ ਜੀ। ਹੁੰਦਾ ਇੱਥੇ? ਹਾਂਜੀ ਹਾਂਜੀ। ਹੁਣ ਕੀ ਕਹਿੰਦੇ ਐਕਸ਼ਨ? ਨਹੀਂ, ਹਜੇ ਗੱਲਬਾਤ ਕਰਨੀ ਹੈ। ਬਿਲਕੁਲ, ਤਾਂ ਲੋਕ ਦੁਖੀ ਨੇ ਜਿਹੜੇ ਇੱਥੇ ਵਿਅਕਤੀ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਐਕਸ਼ਨ ਦੇ ਗੇਟ ਦੇ ਮੂਹਰੇ ਦਰਾਂ ਦੇ ਵਿੱਚ ਬੈਠੇ ਨੇ, ਔਰ ਇੱਕੋ ਗੱਲ ਕਹੀ ਜਾ ਰਹੀ ਹੈ, ਆਪਣੇ ਪੈਸੇ ਦੇ ਲਈ, ਆਪਣਾ ਪੈਸਾ ਜੋ ਕੰਮ ਕੀਤਾ 3-4 ਮਹੀਨੇ, ਉਸ ਦਾ ਜਿਹੜਾ ਪੈਸਾ ਸਾਨੂੰ ਚਾਹੀਦਾ ਹੈ, ਉਹ ਪੈਸੇ ਦੀ ਗੱਲ ਕਰਦੇ ਦਿਖਾਈ ਦੇ ਰਿਹਾ। ਦੇਖ ਲੈਂਦੇ ਆ ਗੱਲਬਾਤ ਕਰਕੇ ਅੰਦਰ ਇਹਨਾਂ ਦੇ ਅਧਿਕਾਰੀਆਂ ਨਾਲ ਕਿ ਆਖਿਰਕਾਰ ਉਹਨਾਂ ਦਾ ਕੀ ਕਹਿਣਾ ਇਸ ਦੇ ਬਾਰੇ। ਕੀ ਗੱਲ ਹੋਈ ਹੈ? ਦੇਖੋ ਜੀ, ਸਾਡਾ ਮਸਲਾ ਹੈ, ਸਾਡਾ ਇੱਕ ਵਰਕਰ ਹੈ ਸਾਡਾ, ਜਿਹਨੇ ਘੱਟ ਤੋਂ ਘੱਟ 1.25 ਲੱਖ ਰੁਪਇਆ ਮਹਿਕਮੇ 'ਚ ਲਾਇਆ, 1.25 ਲੱਖ ਤੋਂ ਉੱਪਰ ਮਹਿਕਮੇ 'ਚ ਲਾ ਕੇ 5 ਮਹੀਨੇ ਤੋਂ ਉੱਪਰ ਬੈਠਾ ਹੋਇਆ। ਜੇ ਉਹ ਮੰਗਣ ਆਉਂਦਾ, ਠੀਕ ਆ, ਉਸ ਬੰਦੇ ਨੂੰ ਲਾਰੇ ਲਾਏ ਜਾਂਦੇ ਆ, ਉਸ ਬੰਦੇ ਨੂੰ ਟਾਲ-ਟੋਲ ਕੀਤਾ ਜਾਂਦਾ। ਜੇ ਉਹ ਬੰਦਾ ਕੱਲ ਦਾ ਭੁੱਖ ਹੜਤਾਲ ਤੇ ਬੈਠਾ, ਉਸ ਬੰਦੇ ਦੀ ਸਾਰ ਨਹੀਂ ਲਈ ਗਈ। ਇੱਥੋਂ ਦਾ ਐਸਡੀਓ ਜਿਹੜਾ ਸਦੀਰ, ਉਹ ਬਿਲਕੁਲ ਇੱਥੇ ਗਲਤ ਕਰ ਰਿਹਾ। ਸਦੀਰ ਐਸਡੀਓ ਨੂੰ ਇੱਥੇ ਸੱਦਿਆ ਜਾਵੇ, ਅਸੀਂ ਤਾਂ ਸਦੀਰ ਐਸਡੀਓ ਇੱਥੇ ਉੱਠਾਂਗੇ ਨਹੀਂ। ਸਰ, ਉਹਦੇ ਪੈਸੇ ਕਿਉਂ ਨਹੀਂ ਦਿੱਤੇ ਜਾ ਰਹੇ? ਮੇਰੀ ਗੱਲ ਸੁਣੋ, ਪੈਸੇ ਕਿਉਂ ਨਹੀਂ ਦਿੱਤੇ? ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਲਓ। ਜਿਹੜੇ ਪੈਸੇ ਦੀ ਗੱਲ ਹੈਗੀ ਹੈ, ਇਹਨਾਂ ਦੇ ਜਿਹੜੇ ਬਿੱਲ ਸੀਗੇ, ਅਸੀਂ ਆਲਰੇਡੀ ਜਿਹੜਾ ਹੈਗਾ ਉਹਦੇ ਉੱਤੇ ਕਾਰਵਾਈ ਕੀਤੀ ਹੋਈ ਹੈਗੀ ਹੈ। ਕੰਸਰਨਡ ਐਸਡੀਓ ਵੱਲੋਂ ਵੀ ਮੈਂ ਐਸਡੀਓ ਨੂੰ ਬੁਲਾਇਆ ਸੀਗਾ। ਐਸਡੀਓ ਜਿਹੜਾ ਹੈਗਾ ਛੁੱਟੀ ਦੇ ਨੇ, ਕੱਲ ਮੇਰੇ ਕੋਲ ਐਸਡੀਓ ਸਾਹਿਬ ਆ ਜਾਣਗੇ। ਇਹਨਾਂ ਦਾ ਜਿਹੜਾ ਮੈਂ ਇਹਨਾਂ ਨੂੰ ਵਿਸ਼ਵਾਸ ਕੀਤਾ ਸੀਗਾ ਕਿ ਇਹਨਾਂ ਦਾ ਜਿਹੜਾ ਮਸਲਾ ਹੈਗਾ, ਹੱਲ ਹੈਗਾ, ਵਿਦਿਨ ਇਹ ਵੀਕ ਔਰ ਸੋ ਹੋ ਜਾਊਗਾ। ਸਰ ਜੀ, 5 ਮਹੀਨੇ ਕਹਿੰਦੇ ਹੋ ਗਏ ਆ, 5 ਮਹੀਨਿਆਂ 'ਚ ਨਹੀਂ ਹੋਇਆ? ਹੁਣ ਦੇਖੋ, ਇਹ ਇਨਫੋਰਮੇਸ਼ਨ ਗਲਤ ਹੈਗੀ ਹੈ। ਕੋਈ 5 ਕਿੰਨੇ ਮਹੀਨੇ ਹੋਏ ਜੀ? ਕੋਈ 5 ਮਹੀਨੇ ਨਹੀਂ ਹੋਏ। ਜਿਹੜੀ ਇਹਨਾਂ ਦਾ ਪਿਛਲੀ ਵਾਰ 3 ਤਰੀਕ ਨੂੰ ਇਹਨਾਂ ਦੀ ਮੀਟਿੰਗ ਹੋਈ ਸੀਗੀ, ਮਾਨਯੋਗ ਐਸੀ ਸਾਹਿਬ ਦੀ ਨਿਗਰਾਨੀ ਹੇਠ ਵੀ ਇਹਨਾਂ ਨੇ ਇੱਕ ਮੀਟਿੰਗ ਕੀਤੀ ਸੀਗੀ, ਤੇ ਉਹਦੇ ਵਿੱਚ ਵੀ ਮੈਂ ਆਸ਼ਵਸਤ ਕੀਤਾ ਸੀਗਾ ਕਿ ਤੁਹਾਡੇ ਜਿਹੜੇ ਬਿੱਲ ਨੇ ਤੁਸੀਂ ਮੇਰੇ ਕੋਲ ਲਿਆਓ, ਤੁਹਾਡਾ ਜਿਹੜਾ ਕੰਮ ਕੀਤਾ ਹੋਇਆ ਮੇਰੇ ਕੋਲ ਲਿਆਓ, ਤੇ ਮੇਰੇ ਕੋਲ ਬਿਠਾ ਕਰਕੇ ਮੈਂ ਐਸਡੀਓ ਨੂੰ ਵੀ ਬੁਲਾਉਂਗਾ। ਤੇ ਮੋਰ ਓਵਰ ਜਿਹੜਾ ਹੈਗਾ, ਇਹ ਮੇਰੇ ਕੋਲ ਨਹੀਂ ਲੈ ਕੇ ਆਏ। ਇਹਨਾਂ ਨੇ ਕਿਹਾ ਮੈਨੂੰ, ਹੁਣ ਵੀ ਇਹ ਕੱਲ ਗੱਲ ਕੀਤੀ ਹੈ, ਪ੍ਰਧਾਨ ਜੀ ਜਿਹੜੇ ਇਹਨਾਂ ਦੇ ਸਾਹਮਣੇ ਨਾਲ ਬੈਠੇ ਸੀਗੇ, ਤੇ ਇਹਦੇ ਵਿੱਚ ਗੱਲ ਕੀਤੀ ਸੀਗੀ ਕਿ ਮੈਂ ਆਪਣੇ ਕੰਸਰਨ, ਮੈਂ ਜੇਈ ਨੂੰ ਦੇਤੇ ਹੈਗੇ ਬਿੱਲ, ਔਰ ਮੈਂ ਕੰਸਰਨਡ ਐਸਡੀਓ ਨਾਲ ਗੱਲਬਾਤ ਕਰ, ਜਦੋਂ ਐਜ਼ ਐਨ ਐਕਸੀਅਨ ਹੋ ਕਰਕੇ, ਜਦੋਂ ਮੈਂ ਤੁਹਾਨੂੰ ਗੱਲ ਕਹੀ ਹੈ ਕਿ ਤੁਸੀਂ ਆ ਕਰਕੇ ਮੇਰੇ ਨਾਲ ਨਿੱਜੀ ਪੱਧਰ ਤੇ ਟਾਈਮ ਲੈ ਲਓ, ਮੇਰੇ ਤੋਂ ਆ ਕਰਕੇ ਬੈਠ ਕੇ ਟੇਬਲ ਟਾਕ ਕਰਕੇ ਆਪਣਾ ਮਸਲਾ ਹੱਲ ਕਰ ਲਓ, ਲੇਕਿਨ ਇਹ ਮੇਰੇ ਕੋਲ ਇੱਕ ਵਾਰ ਵੀ ਨਹੀਂ ਆਏ। ਚਲੋ ਸਾਹਮਣੇ ਖੜੇ ਆ ਜਾਓ, ਅੱਗੇ ਇੱਕ ਮਿੰਟ ਪਹਿਲਾਂ ਮੇਰੀ ਗੱਲ ਪਹਿਲਾਂ ਪੂਰੀ ਹੋ ਲੈਣ ਦਿਓ। ਉਹ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਗੱਲ ਕਹੀ ਸੀ, ਮੈਂ ਇਹਨਾਂ ਨੂੰ ਪਹਿਲਾਂ ਵਿਸ਼ਵਾਸ ਕੀਤਾ ਸੀਗਾ ਕਿ ਤੁਹਾਡੇ ਬਿੱਲਾਂ ਦੀ ਪੇਮੈਂਟ ਜਿਹੜੀ ਹੈ ਹੋ ਜਾਊਗੀ, ਬਟ 3 ਤਰੀਕ ਨੂੰ ਇਹਨਾਂ ਦੀ ਮੀਟਿੰਗ ਹੋਣ ਤੋਂ ਬਾਅਦ ਮੇਰੇ ਕੋਲ ਜਿਹੜੇ
ਇਹਨਾਂ ਦੇ ਬਿੱਲ ਪਹੁੰਚੇ ਨੇ ਮੇਰੇ ਕੋਲ, ਪਿਛਲੇ ਹਫਤੇ ਇਹਨਾਂ ਦੇ ਬਿੱਲ ਪਹੁੰਚੇ ਨੇ। ਬਿੱਲ ਜਿਹੜੇ ਪਹੁੰਚੇ ਨੇ ਉਹਦੇ ਵਿੱਚ ਕੁਝ ਡਿਸਕ੍ਰਿਪੈਂਸੀਜ਼ ਪਾਈ ਗਈ ਸੀਗੀਆਂ। ਜਿਹੜੀ ਡਿਸਕ੍ਰਿਪੈਂਸੀ ਜਿਹੜੀਆਂ ਨੇ ਇਹ ਮੈਂ ਉਪ ਮੰਡਲ ਦਫ਼ਤਰ ਵੱਲੋਂ ਦੀ ਇਹਨਾਂ ਨੂੰ ਸੌਟ ਆਊਟ ਕਰਵਾਉਣਾ ਸੀਗਾ। ਹਰ ਇੱਕ ਮੁੱਦੇ ਨੂੰ ਸੌਟ ਆਊਟ ਕਰਵਾਉਣ ਵਾਸਤੇ ਦੇਖੋ ਆਫੀਸ਼ੀਅਲ ਮੈਟਰ ਹੈਗਾ, ਸੌਟ ਆਊਟ ਕਰਵਾਉਣਾ ਹੈ ਤਾਂ ਸੌਟ ਆਊਟ ਕਰਵਾਉਣ ਪਿੱਛੇ ਮੈਂ ਕੰਸਰਨਡ ਐਸਡੀਓ ਦੀ ਡਿਊਟੀ ਲਗਾਈ ਸੀਗੀ। ਐਸਡੀਓ ਸਾਹਿਬ ਦੀ ਕੁਝ ਮੀਟਿੰਗ ਸੀਗੀਆਂ, ਕੁਝ ਹੋਰ ਕਾਰਗੁਜ਼ਾਰੀਆਂ ਸੀਗੀਆਂ ਜਿਹਦੇ ਕਾਰਨਵਸ਼ ਉਹ ਨਹੀਂ ਮੇਰੇ ਕੋਲ ਆ ਸਕੇ। ਮੈਂ ਇਹਨਾਂ ਨੂੰ ਹੁਣ ਵੀ ਵਿਸ਼ਵਾਸ ਕਰਦਾ ਹਾਂ ਕਿ ਸਾਨੂੰ ਥੋੜਾ ਟਾਈਮ ਦਿੱਤਾ ਜਾਵੇ। ਟਾਈਮ ਤੋਂ ਬਾਅਦ ਜੇਕਰ ਤੁਹਾਡਾ ਮਸਲਾ ਨਾ ਹੱਲ ਹੋਇਆ ਤਾਂ ਇਸ ਮਸਲੇ ਦਾ ਆਪਾਂ ਬੈਠ ਕੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕੋਈ ਨਾ ਕੋਈ ਹੱਲ ਅਸੀਂ ਕੱਢ ਲਾਂਗੇ। ਇਹ ਸਾਡੇ ਵੱਲੋਂ ਵਿਸ਼ਵਾਸ ਕੀਤਾ ਗਿਆ ਸੀਗਾ। ਮੈਂ ਹੁਣ ਵੀ ਵਿਸ਼ਵਾਸ ਇਹੀ ਕਰਦਾ ਕਿ ਇਹ ਮੁੱਦਾ ਇਹਨਾਂ ਦੇ ਵੱਲੋਂ ਦੀ ਮੇਰੇ ਕੋਲ ਇਹ ਪਰਸੋਂ ਆਈ ਸੀਗੇ। ਮੈਂ ਇਹਨਾਂ ਨੂੰ ਕਹਿਤਾ ਸੀਗਾ, ਮੈਂ ਕਿਹਾ ਬਈ ਕੁਝ ਡਿਸਕ੍ਰਿਪੈਂਸੀਜ਼ ਹੈਗੀਆਂ ਮੇਰੇ ਕੋਲ ਉਪ ਮੰਡਲ ਦਫ਼ਤਰ ਦੇ ਵਿੱਚੋਂ ਦੀ, ਅਗਰ ਮੇਰੇ ਕੋਲ 3 ਤਰੀਕ ਤੋਂ ਬਾਅਦ ਅਗਰ 25 ਤਰੀਕ ਜਾਂ 24 ਤਰੀਕ ਨੂੰ ਮੇਰੇ ਕੋਲ ਕੋਈ ਚੀਜ਼ ਆ ਰਹੀ ਹੈਗੀ ਹੈ ਤਾਂ ਇਸ ਦਾ ਮਤਲਬ ਉਪ ਮੰਡਲ ਦਫ਼ਤਰ ਦੇ ਵਿੱਚ 3 ਹਫ਼ਤੇ ਘੱਟੋ ਘੱਟ ਐਟਲੀਸਟ ਜਿਹੜਾ ਹੈਗਾ ਉਹ ਇਹਨਾਂ ਨੇ ਆਪਣੀ ਕਾਰਗੁਜ਼ਾਰੀ ਕਰਨ ਵਾਸਤੇ ਲਾ ਲਿਆ। ਉਹ ਤੋਂ ਬਾਅਦ ਤੁਹਾਨੂੰ ਦਵਾ ਰਹੇ ਆ, ਠੀਕ ਹੈ, ਮੰਨਦੇ ਹੋ? ਨਹੀਂ, ਮੈਨੂੰ ਇਹਨਾਂ ਦੇ ਵਿਸ਼ਵਾਸ ਤੇ ਕੋਈ ਭਰੋਸਾ ਨਹੀਂ ਨਹੀਂ, ਹੈਗਾ। ਉਹ ਕਹਿ ਰਹੇ ਅਸੀਂ ਦਿੰਨੇ ਆ ਵਿਸ਼ਵਾਸ। ਮੈਨੂੰ 31 ਮਾਰਚ ਉਸ ਤੋਂ ਬਾਅਦ ਇਹ ਮੇਰੇ ਵੱਲੋਂ ਨਹੀਂ ਮੈਂ ਕਿਹਾ ਜਾ ਰਿਹਾ ਜੀ, ਇਹ ਤੁਹਾਡੇ ਤੁਸੀਂ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਇਹਨਾਂ ਨੂੰ ਬੁਲਾਓ, ਉਹਨਾਂ ਦੀ ਪ੍ਰਧਾਨਗੀ ਹੇਠ, ਠੀਕ ਹੈ ਜੀ, ਉਹਨਾਂ ਨਾਲ ਗੱਲ ਹੋਈ ਸੀ। ਉਹਨਾਂ ਦੀ ਪ੍ਰਧਾਨਗੀ ਹੇਠ ਐਸੀ ਸਾਹਿਬ ਦੀ ਪ੍ਰਧਾਨਗੀ ਹੇਠ ਜਿਹੜਾ ਹੈਗਾ ਇਹ ਮੀਟਿੰਗ ਕੀਤੀ ਗਈ ਸੀ। ਮੀਟਿੰਗ ਦੇ ਵਿੱਚ ਇਹ ਵੀ ਸੀਗੇ, ਇਹਨਾਂ ਦੇ ਪ੍ਰਧਾਨ ਜੀ ਵੀ ਸੀਗੇ, ਮੈਂ ਵੀ ਮੌਜੂਦ ਸੀਗਾ ਤੇ ਐਸੀ ਸਾਹਿਬਾਨ ਵੀ ਮੌਜੂਦ ਸੀਗੇ। ਦੇਖੋ ਹਰ ਇੱਕ ਚੀਜ਼ ਜਿਹੜੀ ਆਫੀਸ਼ੀਅਲ ਇੱਕ ਕੰਮ ਹੁੰਦਾ ਹੈਗਾ ਤੇ ਆਫੀਸ਼ੀਅਲ ਕੰਮਾਂ ਦੇ ਵਿੱਚ ਥੋੜੀ ਬਹੁਤੀ ਦੇਰ ਦੁਰਸਤ ਹੋਈ ਜਾਂਦੀ ਹੈ। ਪਲੀਜ਼ ਇੱਕ ਵਾਰ ਇਹਨਾਂ ਨੂੰ ਸ਼ਾਂਤ ਕਰੋ। ਤੇ ਇਹਦੇ ਵਿੱਚ 21 ਜਦੋਂ ਆਪਣੇ ਕੋਲ ਉਪ ਮੰਡਲ ਦਫ਼ਤਰ ਵੱਲੋਂ ਦੀ 3 ਤਰੀਕ ਦੀ ਮੀਟਿੰਗ ਹੋਈ ਸੀਗੀ, 3 ਤਰੀਕ ਤੋਂ ਬਾਅਦ ਅਗਰ ਉਪ ਮੰਡਲ ਦਫ਼ਤਰ ਵੱਲੋਂ ਦੀ ਮੈਨੂੰ 24 ਜਾਂ 25 ਤਰੀਕ ਨੂੰ ਅਗਰ ਮੇਰੇ ਕੋਲ ਬਿੱਲ ਆਉਂਦੇ ਨੇ ਤਾਂ ਬਿੱਲ ਆਉਣ ਤੋਂ ਬਾਅਦ ਕਿਆ ਸਮਝਿਆ ਜਾਊਗਾ ਕਿ ਇਹ ਅਗਰ 2 ਦਿਨ ਦੇ ਵਿੱਚ ਹੀ ਉਪ ਮੰਡਲ ਦਫ਼ਤਰ ਵਿਖੇ ਜਾ ਕਰਕੇ ਹੋ ਜਾਣ। ਨਾਲੇ ਮੋਰ ਓਵਰ ਜਿਹੜੇ ਬਿੱਲ ਨੇ ਉਹ ਰਿਸਪੌਂਸਿਬਿਲਿਟੀ ਕਿਹਦੀ ਬਣਦੀ ਹੈ? ਉਪ ਮੰਡਲ ਦਫ਼ਤਰ ਦੀ ਰਿਸਪੌਂਸਿਬਿਲਿਟੀ ਬਣਦੀ ਹੈਗੀ ਕਿ ਬਿੱਲ ਮੇਰੇ ਕੋਲ ਲੈ ਕਰਕੇ ਨਿੱਜੀ ਪੱਧਰ ਤੇ ਆਣ। ਇਹਨਾਂ ਦੀ ਕੋਈ ਰਿਸਪੌਂਸਿਬਿਲਿਟੀ ਨਹੀਂ ਬਣਦੀ ਕਿ ਬਿੱਲ ਚੁੱਕ ਕਰਕੇ ਲੈ ਕੇ ਆਣ। ਇਹ ਕਿਉਂ ਲੈ ਕਰਕੇ ਆਏ ਹੈ ਬਿੱਲ? ਪਹਿਲੀ ਗੱਲ ਅਗਰ ਮੈਂ ਇਹ ਕੁਐਸਚਨ ਅਗਰ ਪੁੱਛਾਂ ਤੇ ਬਿੱਲ ਕਿਉਂ ਲੈ ਕਰਕੇ ਆਏ ਆ? ਮੋਰ ਓਵਰ ਕੋਈ ਡਿਸਕ੍ਰਿਪੈਂਸੀ ਸੀਗੀ, ਮੈਂ ਆਪਣੇ ਕੰਸਰਨਡ ਐਸਡੀਓ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਇਹਨਾਂ ਦਾ ਮਸਲਾ ਹੱਲ ਕੀਤਾ ਜਾ। ਅਗਰ ਇਸ ਤਰ੍ਹਾਂ ਦੀ ਸਿਚੁਏਸ਼ਨ ਕੋਈ ਆ ਜਾਂਦੀ ਹੈਗੀ ਹੈ ਤਾਂ ਇਹ ਕੋਈ ਮਤਲਬ ਨਹੀਂ ਬਣਦਾ। ਇਹ ਤਾਂ ਇਨ ਫਿਊਚਰ ਦੇ ਵਿੱਚ ਵੀ ਕੁਝ ਸਿਚੁਏਸ਼ਨਸ ਆਉਣਗੀਆਂ। ਪੈਸੇ ਸਾਡੇ ਵੀ ਲੱਗੇ ਹੋਏ ਨੇ ਜੀ, ਅਸੀਂ ਤਾਂ ਕਦੀ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਨਹੀਂ ਹੈਗੀ ਹੈ। ਸਾਡੇ ਵੱਲੋਂ ਅਗਰ ਸਰਕਾਰ ਨੂੰ ਮੇਰਾ ਖੁਦ ਦਾ ਪਰਸਨਲ ਮੇਰਾ ਮੈਡੀਕਲ ਬਿੱਲ ਸੀਗਾ, ਮੈਂ ਆਪਣੀ ਛੁੱਟੀ ਤੇ ਸੀਗਾ, ਮੇਰਾ ਮੈਡੀਕਲ ਜਿਹੜਾ 6 ਮਹੀਨੇ ਤੋਂ ਬਾਅਦ ਹੋਇਆ ਸੀ, ਮੈਂ ਤਾਂ ਜਾ ਕਰਕੇ ਸਰਕਾਰ ਨੂੰ ਲੈ ਕੁਝ ਨਿਯਮ ਕੁਝ ਕਾਇਦੇ ਕਾਨੂੰਨ ਸਰਕਾਰ ਵੱਲੋਂ ਦੀ ਬਣਾਏ ਗਏ ਨੇ, ਉਹਦੀ ਸਾਨੂੰ ਪਾਲਣਾ ਕਰਨੀ ਪੈਂਦੀ ਹੈ। ਉਹਦੇ ਵਿੱਚ ਅਗਰ ਆਪਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਇਸ ਤਰ੍ਹਾਂ ਦਾ ਮਾਹੌਲ ਅਗਰ ਕ੍ਰੀਏਟ ਕਰ ਦਾਂਗੇ ਤਾਂ ਇਹ ਮਾਹੌਲ ਜਿਹੜਾ ਹੈਗਾ ਆ ਕੰਮ ਪ੍ਰਤੀ ਵੀ ਔਰ ਅੱਗੇ ਫਰਦਰ ਵਿਚਾਰ ਵਟਾਂਦਰਾ ਜਿਹੜਾ ਕਰਨਾ ਹੁੰਦਾ ਉਹਦੇ ਪ੍ਰਤੀ ਵੀ, ਹਰ ਇੱਕ ਤਰ੍ਹਾਂ ਦੇ ਪ੍ਰਤੀ ਇਹ ਜਿਹੜਾ ਹੈਗਾ ਮੈਂ ਤਾਂ ਇਹਨੂੰ ਜਿਹੜਾ ਹੈ ਡਿਨਾਈ ਕਰਦਾ। ਆਪਾਂ ਪ੍ਰਧਾਨ ਨੂੰ ਪੁੱਛ ਲੈਂਦੇ ਹਾਂ, ਤੁਹਾਡੀ ਜਿਹੜੀ ਮੀਟਿੰਗ ਹੋਈ ਸੀ ਪ੍ਰਧਾਨ ਕਿੱਥੇ ਨੇ ਜੀ? ਇੱਧਰ ਆਓ ਜੀ, ਇੱਧਰਲੇ ਪਾਸੇ ਆ ਜਾਓ, ਇੱਧਰ ਅੱਗੇ ਆ ਜਾਓ। ਆਪਾਂ ਤੁਹਾਨੂੰ ਹੀ ਪੁੱਛਦੇ ਹਾਂ। ਅੱਛਾ, ਇਹ ਕਹਿੰਦੇ ਵੀ ਆਹ ਗੱਲਾਂ ਇਹਨਾਂ ਨੇ ਤੁਸੀਂ ਸੁਣੀ ਲਈਆਂ ਕਿ ਸਾਡੀ ਪਹਿਲਾਂ ਮੀਟਿੰਗ ਹੋਈ ਆ, ਗੱਲਬਾਤ ਹੋਈ ਆ, ਅਸੀਂ ਅੱਜ ਵੀ ਕਹਿੰਦੇ ਆ, ਵਿਸ਼ਵਾਸ ਦਿਵਾਉਂਦੇ ਆ ਕਿ ਬਹਿ ਕੇ ਮੀਟਿੰਗ ਹੋ ਜਾਏਗੀ। ਕੀ ਇਹ ਮਨਜ਼ੂਰ ਨਹੀਂ ਹੈਗਾ? ਸਰ ਦੇਖੋ, ਮਨਜ਼ੂਰ ਤਾਂ ਅਸੀਂ ਕਰ ਲਈਏ ਪਰ ਸਾਹਮਣੇ ਐਸਡੀਓ ਸਾਹਿਬ ਬੈਠਣ, ਸਾਨੂੰ ਕੋਈ ਲਿਖਤੀ ਰੂਪ ਦੇ ਦੇਣ। ਅਸੀਂ ਕਹਿੰਦੇ ਆ ਸਾਡੇ ਬੰਦੇ ਦਾ 1,24,000 ਰੁਪਇਆ ਲੱਗਾ, 1,24,000 ਚ ਉਹਨੂੰ ਕੋਈ 50,000 ਦੇ ਦੇਣ, 40 ਦੇ ਦੇਣ, ਕੁਛ ਨਾ ਕੁਛ ਤਾਂ ਦੇ ਦੇਣ ਸਾਨੂੰ। ਫਿਰ ਸਭ ਤੋਂ ਵੱਡੀ ਗੱਲ ਤਾਂ ਅਸੀਂ ਸਾਡੇ ਐਕਸ਼ਨ ਸਾਹਿਬ ਨੇ, ਸਾਡੇ ਸਤਿਕਾਰਯੋਗ ਅਫਸਰ ਨੇ, ਇਹਨਾਂ ਵਾਸਤੇ ਇਹ ਗੱਲ ਨਹੀਂ ਬਣਦੀ ਵੀ ਸਾਡੇ ਜਥੇਬੰਦੀ ਵਾਸਤੇ ਗਲਤ ਸਿੱਧਾ ਦੀ ਵਰਤਨ। ਦੇਖੋ ਮੈਂ ਇਹਨਾਂ ਦੀ ਬਹੁਤ ਇੱਜ਼ਤ ਕਰਦਾ ਵੀ ਸਾਡੇ ਅਫਸਰ ਨੇ, ਸਾਡੇ ਬਹੁਤ ਸਤਿਕਾਰਯੋਗ ਅਫਸਰ ਨੇ, ਇਹ ਇੱਥੇ ਅਫਸਰ ਹੀ ਰਹਿਣੇ ਨੇ ਨਾ, ਇਹਨਾਂ ਨੇ ਇੱਥੋਂ ਜਾ ਕੇ ਕਿਤੇ ਹੋਰ ਕਰਨਾ। ਬਾਕੀ ਸਭ ਤੋਂ ਵੱਡੀ ਗੱਲ ਮੇਰੇ ਵਰਕਰਾਂ ਵਿੱਚ ਵੀ ਭਾਰੀ ਰੋਸ ਪਾਇਆ ਗਿਆ ਚੀਜ਼ ਦਾ। ਮੇਰੇ ਮਨ ਨੂੰ ਬਹੁਤ ਠੇਸ ਲੱਗੀ ਵੀ ਸਾਡੇ ਇੱਕ ਅਫਸਰ ਨੇ ਸਾਡੀ ਜਥੇਬੰਦੀ ਦੇ ਖਿਲਾਫ ਗਲਤ ਸ਼ਬਦ ਬੋਲੇ। ਕੀ ਬੋਲਿਆ? ਠੀਕ ਆ, ਟੱਟੂ ਦੀ ਸ਼ਬਦਾਵਲੀ ਵਰਤੀ ਗਈ ਸਾਡੇ ਜਥੇਬੰਦੀ ਵਾਸਤੇ। ਪਰ ਹਾਂਜੀ ਬਿਲਕੁਲ ਮੈਂ ਅਗਰ ਤੁਹਾਨੂੰ ਦੁੱਖ ਲੱਗਿਆ ਹੈਗਾ ਸਾਰੇ ਜਥੇਬੰਦੀ ਨੂੰ ਮੈਂ ਮਾਫੀ ਮੰਗਦਾ। ਮੇਰਾ ਇਹ ਵੈਸੇ ਇਹ ਸ਼ਬਦ ਬੋਲੇ? ਮੇਰਾ ਇਹ ਵਰਜਨ ਨਹੀਂ ਸੀ। ਮੈਂ ਇਹ ਗੱਲ ਕਰ ਰਿਹਾ ਸੀਗਾ ਹਰ ਇੱਕ ਬੰਦਾ ਅਗਰ ਇਹ ਪ੍ਰਧਾਨ ਨੇ ਤਾਂ ਇਹ ਮੇਰੇ ਕੋਲ ਕੱਲ ਵੀ ਆਏ ਸੀਗੇ, 2 ਮੋਤਵਾਰ ਬੰਦੇ ਹੋਰ ਵੀ ਇਹਨਾਂ ਦੇ ਐਸੋਸੀਏਸ਼ਨ ਦੇ ਨਾਲ ਆਏ ਸੀਗੇ, ਠੀਕ ਹੈ ਜੀ। ਮੈਂ ਇਹਨਾਂ ਨੂੰ ਇਹ ਪ੍ਰਧਾਨ ਸੀਗੇ, ਇਸ ਦਾ ਮਤਲਬ ਇਹ ਹੋਇਆ ਕਿ ਅਗਰ ਇਹ ਬੰਦੇ ਨੇ ਇਹ ਪ੍ਰਧਾਨ ਦੀ ਗੱਲ ਤਾਂ ਮੰਨਣਗੇ। ਜੇ ਮੇਰੀ ਕੋਈ ਯੂਨੀਅਨ ਦਾ ਪ੍ਰਧਾਨ ਹੋਊਗਾ ਤਾਂ ਮੈਨੂੰ ਪਤਾ ਹੈ ਕਿ ਅਗਰ ਉਹ ਬੰਦਾ ਅਗਰ ਇੱਕ ਵਾਰ ਮੇਰਾ ਮੁੱਦਾ ਉਹਨਾਂ ਦੀ ਪ੍ਰਧਾਨਗੀ ਹੇਠ ਆ ਕਰਕੇ ਮਤਲਬ ਡਿਸਕਸ ਹੋ ਚੁੱਕਾ ਹੈਗਾ ਤਾਂ ਆਈ ਡੋਂਟ ਥਿੰਕ ਸੋ ਕਿ ਬਈ ਡਿਫਰੈਂਟ ਓਪੀਨੀਅਨਸ ਕਿਸੇ ਬੰਦੇ ਦੇ ਹੋਣੇ ਚਾਹੀਦੇ ਆ। ਇਹਨਾਂ ਨੂੰ ਪ੍ਰਧਾਨ ਸਾਹਿਬ ਦੀ ਫਿਰ ਗੱਲ ਮੰਨਣੀ ਚਾਹੀਦੀ ਸੀ। ਫਿਰ ਅੱਜ ਮਾਹੌਲ ਇਹ ਕਿਉਂ ਕ੍ਰੀਏਟ ਕੀਤਾ ਗਿਆ? ਮੈਂ ਇਸ ਕਰਕੇ ਇਹਨਾਂ ਨੂੰ ਕਿਹਾ ਮੈਂ ਕਿਹਾ ਟੱਟੂ ਦੀ ਜਥੇਬੰਦੀ ਹੈ, ਮੈਂ ਕਿਹਾ ਹਰ ਇੱਕ ਬੰਦੇ ਦੀ ਆਪਣਾ ਓਪੀਨੀਅਨ ਹੈ। ਮੇਰਾ ਇਹ ਕਹਿਣ ਦਾ ਵਰਸ਼ਨ ਸੀਗਾ, ਮੇਰਾ ਕੋਈ ਹੋਰ ਇਹਨਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਵਰਸ਼ਨ ਨਹੀਂ ਸੀਗਾ। ਮੇਰਾ ਸਿਰਫ ਇਹ ਕਹਿਣ ਦਾ ਵਰਸ਼ਨ ਹੈਗਾ ਕਿ ਅਗਰ ਮੈਂ ਇੱਕ ਇਹਨਾਂ ਦਾ ਸੂਝਵਾਨ ਬੰਦਾ
ਜਦੋਂ ਡਿਸੀਜਨ ਇੱਕ ਵਾਰ ਲੈ ਲਿਆ ਉਸਨੇ, ਜਦੋਂ ਇੱਕ ਵਾਰ ਆ ਕਰਕੇ ਮੇਰੇ ਨਾਲ ਮੀਟਿੰਗ ਕਰ ਲਈ ਹੈਗੀ ਆ ਔਰ ਮੈਂ ਇਹਨਾਂ ਨੂੰ ਵਿਸ਼ਵਾਸਤ ਕਰਤਾ ਹੈਗਾ, ਤਾਂ ਇਹ ਬੀਇੰਗ ਇਹਨਾਂ ਦੇ ਅੰਡਰ ਜਿਹੜਾ ਹੈਗਾ ਇਹਨਾਂ ਦੀ ਮੰਨਣੀ ਚਾਹੀਦੀ ਹੈ ਗੱਲ। ਮੇਰਾ ਸਿਰਫ ਇਹ ਵਰਸ਼ਨ ਸੀ, ਮੈਂ ਹੁਣ ਵੀ ਇਹ ਤੁਹਾਨੂੰ ਵਿਸ਼ਵਾਸਤ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਕਿ ਇਹਨਾਂ ਦੀ ਜਿਹੜੀ ਪੇਮੈਂਟ ਦਾ ਮਸਲਾ ਹੈਗਾ, ਪੇਮੈਂਟ ਐਸਾ ਕੋਈ ਸੱਚ ਮਸਲਾ ਨਹੀਂ ਹੈ। ਮੈਂ ਇਹਨਾਂ ਨੂੰ ਪਹਿਲਾਂ ਵੀ ਵਿਸ਼ਵਾਸ ਕੀਤਾ ਸੀ, ਮੈਂ ਹੁਣ ਵੀ ਵਿਸ਼ਵਾਸ ਕਰ ਰਿਹਾ ਕਿ ਇਹਨਾਂ ਦੀ ਜਿਹੜੀ ਪੇਮੈਂਟ ਹੈਗੀ ਹੈ, ਮੈਨੂੰ ਐਸਡੀਓ ਦੇ ਨਾਲ ਨਿੱਜੀ ਪੱਧਰ ਤੇ ਬੈਠ ਕਰਕੇ ਮੇਰੇ ਨਾਲ ਖੁਦ ਦੇ ਟੇਬਲ ਟਾਕ ਡਿਸਕਸ਼ਨ ਕਰ ਸਕਦੇ ਨੇ, ਆ ਕਰਕੇ ਇਹਨਾਂ ਦਾ ਮਸਲਾ ਜਿਹੜਾ ਹੈਗਾ ਜਲਦ ਤੋਂ ਜਲਦ ਅਸੀਂ ਵਿਦਿਨ ਦ ਨੈਕਸਟ 10 ਡੇਜ਼ ਦੇ ਵਿੱਚ ਹਾਲ ਕਰ ਦਾਂਗੇ। ਜਿਹੜੇ ਇਹਨਾਂ ਨੂੰ ਇਤਰਾਜ਼ ਹੈਗਾ ਸ਼ਬਦਾਂ ਤੋਂ, ਜਿਹੜੇ ਸ਼ਬਦ ਕਹਿੰਦੇ ਬੋਲਿਆ, ਉਹਨਾਂ ਦਾ ਕੀ ਉਹਦੇ ਵਾਸਤੇ ਮਾਫੀ ਮੰਗਦਾ, ਮੈਂ ਤਹੇ ਦਿਲ ਤੋਂ ਮਾਫੀ ਮੰਗਦਾ। ਮੇਰਾ ਕੋਈ ਮਨਸ਼ਾ ਨਹੀਂ ਸੀਗੀ ਕਿ ਇਸ ਤਰ੍ਹਾਂ ਦੀ ਕੋਈ ਕਿ ਮੈਂ ਇਹਨਾਂ ਨੂੰ ਕੋਈ ਠੇਸ ਪਹੁੰਚਾਉਣ ਦੇ ਨਾਤੇ ਮੈਂ ਕੋਈ ਗੱਲ ਕੀਤੀ ਸੀਗੀ। ਮੈਂ ਸਿਰਫ ਔਰ ਸਿਰਫ ਇਸ ਨਾਤੇ ਗੱਲ ਕੀਤੀ ਸੀ ਕਿ ਅਗਰ ਇੱਕ ਸੂਝਵਾਨ ਬੰਦਾ ਪ੍ਰਧਾਨ ਆਪਣਾ ਡਿਸੀਜਨ, इसका मतलब तो यह होया कि जदों आकर के इन्होंने कोई डिसीजन आकर के गलबात सुन ली कर ली, दो होर इन्हों के नाम मोतबर बंदे आए सी, इसका मतलब ये गलत है। मैनू तुसीं समझाओ जेकर अगर इसका मतलब मेरी गल जिहड़ी हैगी है, अगर प्रधान साहब तुहानूं इन्हां नूं आश्वस्त करना है कि नहीं मेरी गल अपने आप हो चुकी है कारज इंजीनियर दे नाल, तां मैनूं ये दसो कि ये गलत है। ਤੁਹਾਡੇ ਨਾਲ ਜਦੋਂ ਹੁਣ ਗੱਲ ਹੋਊਗੀ ਤੁਸੀਂ ਉਹਨਾਂ ਨੂੰ ਸਮਝਾ ਨਹੀਂ ਸਕਦੇ? ਸਰ ਦੇਖੋ, ਸਮਝਾਉਣ ਦਾ ਮਸਲਾ ਇਹ ਆ ਵੀ ਉਹ ਬੰਦੇ ਨੇ ਰੁਪਈਆ ਲਾਇਆ, ਉਹਨੂੰ ਕੁਝ ਨਾ ਕੁਝ ਤਾਂ ਆਪਾਂ ਪਾਣੀ ਪੀਣ ਜੁਗਾ ਦਈਏ। ਜੇ ਉਹਨੂੰ ਗਲਾਸ ਆਪਾਂ ਖਾਲੀ ਫੜਾ ਦਈਏ, ਖਾਲੀ ਗਲਾਸ 'ਚ ਪਾਣੀ ਤਾਂ ਦਿਨ ਦੇ ਰਿਹਾ ਤੁਹਾਨੂੰ, ਕਿੰਨੇ ਕੁ ਦਿਨ ਦੇ ਸਰ ਆਈਡੀਆ ਤਾਂ ਨਾ 2-4 ਦਿਨ 10 ਦਿਨ ਤੋਂ ਉੱਪਰ ਪਾ ਰਹੇ ਨੇ ਤਾਂ, ਪਰ ਉਹ ਬੰਦਾ ਨਹੀਂ ਮੰਨ ਰਿਹਾ, ਕਹਿੰਦਾ ਮੇਰੇ ਘਰੇ ਅੱਜ ਕਹਿੰਦਾ ਸੌਦਾ ਲਿਆਣ ਜੋਗੇ ਪੈਸੇ ਨਹੀਂ। ਕੀ ਵਾਅਦਾ ਕੀਤਾ ਸੀ 31 ਮਾਰਚ? 31 ਮਾਰਚ ਨੂੰ ਜਿਹੜਾ ਤੁਹਾਡਾ ਬੰਦਾ ਬਕਾਇਆ 31 ਮਾਰਚ ਤੱਕ ਕਲੀਅਰ ਕਰ ਦਿਆਂ। 31 ਮਾਰਚ 2 ਮਹੀਨੇ ਬਾਅਦ ਵੀ ਲੰਘੇ, ਇਹਨਾਂ ਦਾ ਲਾਰਾ ਹੁੰਦਾ 2 ਦਿਨ 4 ਦਿਨ, 2-2 4-4 ਦਿਨ ਕਰਕੇ ਮੇਰੇ ਸਾਹ 2.5 ਮਹੀਨੇ ਲੰਘੇ। ਪਰ ਉਸ ਤੋਂ ਬਾਅਦ ਮੈਨੂੰ ਹੁਣ ਇਹਨਾਂ ਤੇ ਭਰੋਸਾ ਨਹੀਂ ਕੋਈ ਵੀ ਇਹ ਦੇਣਗੇ ਕਿ ਨਹੀਂ। ਮੇਰੇ ਉਲਟਾ ਮੈਂ 60 ਕਿਲੋਮੀਟਰ ਕਰਦਾ ਜਦੋਂ ਆਉਣ ਜਾਣ ਕਰਦਾ, ਤੇ ਪਰ ਫਿਰ ਵੀ ਮੈਨੂੰ ਇਹਨਾਂ ਨੇ ਪੈਸੇ ਨਹੀਂ ਦੇਣੇ। ਮੈਂ ਪੱਲਿਓਂ ਤੇਲ ਖਰਚ ਕੇ ਦਿਹਾੜੀ ਵੀ ਮਾਰ ਕੇ ਆਉਣਾ, ਪਰ ਮੈਂ ਗੇੜੇ ਮਾਰ ਕੇ ਮੈਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਦੇ ਆ। ਅੱਗੋਂ ਗਲਤ ਬੋਲਦੇ, ਸ਼ਬਦਾਵਲੀ ਗਲਤ ਆ। ਜਿੰਨੇ ਵਾਰੀ ਮੈਂ ਆਇਆ ਦਫ਼ਤਰ ਦੇ ਵਿੱਚ ਸਾਡੀ ਤੂੰ ਮੈਂ ਗਾਲੋ ਗਾਲੀ ਵਾਲੀ ਗੱਲ ਹੁੰਦੀ ਹੈ। ਸ਼ਬਦਾਵਲੀ ਭੱਦੀ ਸ਼ਬਦਾਵਲੀ ਇਹੀ ਆ ਕਿ ਤੂੰ ਕੀ ਕਰ ਲੇਗਾ, ਜਾ ਗੱਲ ਆ, ਜਾ ਜਿਵੇਂ ਲੈਣੇ ਲੈ ਲਾ। ਇਹ ਕੋਈ ਗੱਲ ਹੁੰਦੀ ਹੈ ਅਫਸਰ ਵਾਲੀ? ਜੋ ਕੰਮ ਕਰਾਉਣੇ ਸੀ ਤੁਸੀਂ ਪੁੱਛੋ। ਇੱਕ ਵਾਰੀ ਤੁਸੀਂ ਮੈਨੂੰ ਕਾਨਫਰੰਸ ਤੇ ਗੱਲ ਕਰਕੇ, ਜਦੋਂ ਨਾਜੂ ਸ਼ਾਹ ਵਾਲੇ ਕੋਈ ਲੀਕੇਜ ਦਾ ਰੌਲਾ ਸੀ, ਇਹਨਾਂ ਨੂੰ ਆ ਕੇ ਕਿਸੇ ਪੰਚਾਇਤ ਨੇ ਦਬਾਅ ਪਾਇਆ ਇਹਨਾਂ ਤੇ, ਇਹਨਾਂ ਨੇ ਮੇਰੇ ਨਾਲ ਕਾਨਫਰੰਸ ਤੇ ਸੁਖਪ੍ਰੀਤ ਦੇ ਨਾਲ ਗੱਲ ਕਰਕੇ ਇਹਨਾਂ ਨੇ ਮੈਨੂੰ ਦਬਾਅ, ਇਹ ਕਹਿੰਦੇ ਕੰਮ ਕਰਨਾ ਕਿ ਨਹੀਂ ਕਰਨਾ। ਮੈਂ ਕਿਹਾ ਮੇਰੇ ਕੋਲ ਪੈਸੇ ਨਹੀਂ ਗੇ, ਨਹੀਂ ਮੈਂ ਨਹੀਂ ਕੰਮ ਕਰਨਾ, ਮੇਰੇ ਕੋਲ ਪੈਸੇ ਹੈ ਨਹੀਂ ਗੇ, ਤੂੰ ਕੰਮ ਕਰਨਾ ਕਿ ਨਹੀਂ ਕਰਨਾ ਹੈ। ਫਿਰ ਮੈਨੂੰ ਕਹਿੰਦੇ ਤੂੰ ਆ ਕੇ ਹੁਣੇ ਪੈਸੇ ਲੈ ਜਾ ਤੇ ਤੂੰ ਜਾ ਕੇ ਕੰਮ ਕਰਕੇ ਆ। ਮੈਂ ਕੰਮ ਕਰਕੇ ਆ, ਪੈਸੇ ਮੈਨੂੰ ਹਜੇ ਤੱਕ ਨਹੀਂ ਦਿੱਤੇ ਇਹਨਾਂ ਨੇ। ਤੁਹਾਨੂੰ ਇਤਰਾਜ਼ ਆ ਕਿ ਇਹ ਤੁਹਾਨੂੰ ਪੈਸੇ ਜ਼ਬਾਨ ਦਾ ਮੈਨੂੰ ਕੋਈ ਭਰੋਸਾ ਨਹੀਂ ਇਹਨਾਂ ਦਾ। ਸਰ ਕੀ ਹੋਣੇ ਦਾ ਕੀ ਹੱਲ? ਉਹ ਕਹਿੰਦੇ ਸਾਨੂੰ ਯਕੀਨ ਹੀ ਨਹੀਂ ਹੈਗਾ ਤੁਹਾਡੇ ਤੇ। ਮੇਰੀ ਗੱਲ ਸੁਣੋ ਜੀ, ਯਕੀਨ ਦਾ ਗੱਲ ਇਹ ਹੈਗੀ ਹੈ, ਮੈਨੂੰ ਬੜਾ ਅਫਸੋਸ ਹੈ ਕਿ ਮੇਰੇ ਅੰਡਰ ਇਹ ਜੇਕਰ ਇਹੋ ਜਿਹੇ ਬੰਦੇ ਮੈਨੂੰ ਕਹਿ ਰਹੇ ਕਿ ਯਕੀਨ ਨਹੀਂ ਹੈਗਾ, ਤਾਂ ਇਹਦੇ ਵਿੱਚ ਦੇਖੋ ਮੈਂ ਇਸ 'ਤੇ ਕੁਝ ਨਹੀਂ ਕਰ ਸਕਦਾ। ਆਪਣੀ ਹਰ ਬੰਦੇ ਦੀ ਸੋਚਣੀ ਹੈਗੀ ਹੈ, ਠੀਕ ਹੈ ਨਾ ਜੀ। ਨੰਬਰ 2 ਗੱਲ, ਜਿਹੜਾ ਮਸਲਾ ਇਹ ਹੈਗਾ, ਇਹ ਮਸਲਾ ਮੰਡਲ ਪੱਧਰ ਦਾ ਮਸਲਾ ਹੈ ਨਹੀਂ, ਇਹ ਵੈਸੇ ਮਸਲਾ ਹੈਗਾ ਉਪ ਮੰਡਲ ਦਫ਼ਤਰ ਦਾ। ਠੀਕ ਹੈ। ਜਿਹੜਾ ਫੀਲਡ ਦਾ ਕੰਮ ਹੁੰਦਾ ਹੈਗਾ ਉਹ ਸਬ ਡਿਵੀਜ਼ਨ ਨੇ ਕਰਵਾਉਣਾ ਹੁੰਦਾ। ਠੀਕ ਹੈ। ਜੇਕਰ ਕੋਈ ਅਗਰ ਐਸਡੀਓ ਅਗਰ ਜਾਂ ਜੇਈ ਜਿਹੜਾ ਹੈਗਾ ਮੇਰੇ ਨਾਲ ਇਹਨਾਂ ਦੀ ਗੱਲ ਕਰਾਉਣ ਦਾ ਮਤਲਬ, ਪਹਿਲਾਂ ਤਾਂ ਗੱਲ ਇਹ ਹੈਗੀ ਹੈ ਕਿ ਮੇਰੇ ਨਾਲ ਇਹਨਾਂ ਦਾ ਗੱਲ ਕਰਾਉਣ ਦਾ ਕੋਈ ਮਤਲਬ ਹੀ ਨਹੀਂ। ਮੇਰੇ ਕੋਲੇ ਜਦੋਂ ਤੁਸੀਂ ਕੋਈ ਬਿੱਲ ਲੈ ਕੇ ਆਉਂਗੇ, ਆਪਣਾ ਕੰਮ ਕਰਕੇ ਆਉਂਗੇ, ਬਿਲਕੁਲ ਠੀਕ ਹੈ, ਆਫੀਸ਼ੀਅਲ ਰਿਕਾਰਡ ਮੈਨੂੰ ਭੇਜੋਗੇ, ਤਾਂ ਇਹ ਹੋ ਨਹੀਂ ਸਕਦਾ ਹੈਗਾ ਕਿ ਇੱਕ ਆਫੀਸ਼ੀਅਲ ਰਿਕਾਰਡ ਦੇ ਨਾਤੇ ਇਹਨਾਂ ਦੀ ਪੇਮੈਂਟ ਨਾ ਹੋਵੇ। ਮੋਰ ਓਵਰ ਜਿਹੜੀ ਇਹ ਗੱਲ ਕਰ ਰਹੇ ਹੈ ਕਿ 31 ਤਰੀਕ ਤੱਕ ਪੇਮੈਂਟ ਨਹੀਂ ਹੋਈ, ਇਹ ਨਹੀਂ ਹੋਈ, ਉਹ ਨਹੀਂ ਹੋਈ, ਇਹਨਾਂ ਦੀ ਪੇਮੈਂਟਾਂ ਆਲਰੇਡੀ ਆਲ ਆਫ ਅ ਸਡਨ ਇਹਨਾਂ ਦੀ ਪੇਮੈਂਟ ਕੁਝ ਕੀਤੀ ਸੀਗੀਆਂ ਮੈਂ। ਹੁਣ ਜਦੋਂ ਸਾਡੇ ਕੋਲ ਫੰਡਸ ਦੇ ਕੰਸਟ੍ਰੇਂਟ ਸੀਗੇ ਤਾਂ ਕਰਕੇ ਇਹਨਾਂ ਦੀ ਨਹੀਂ ਹੋ ਸਕੀਆਂ ਪੇਮੈਂਟ। ਨੰਬਰ 2 ਗੱਲ, ਇੱਕ ਹੁਣ ਸਰਕਾਰ ਵੱਲੋਂ ਦੀ ਨਵਾਂ ਸਰਕਾਰ ਵੱਲੋਂ ਜੋ ਹਦਾਇਤਾਂ ਇਸ਼ੂ ਹੋਏ ਸਾਨੂੰ ਕਿ ਜਿੰਨਾ ਵੀ ਰੈਵਨਿਊ ਇਕੱਠਾ ਹੁੰਦਾ ਹੈਗਾ ਉਹਨੂੰ ਰੈਵਨਿਊ ਨੂੰ ਅਸੀਂ ਜਿਹੜਾ ਹੈਗਾ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਉਣਾ ਹੁੰਦਾ। ਠੀਕ ਹੈ। ਤਾਂ ਅਸੀਂ ਉਹ ਖਜ਼ਾਨੇ ਦੇ ਵਿੱਚ ਆਲਰੇਡੀ ਅਸੀਂ ਜਮ੍ਹਾਂ ਕਰਵਾ ਚੁੱਕੇ ਹਾਂ। ਤਾਂ ਜਲਦੀ ਹੀ ਮੈਂ ਇਹਨਾਂ ਨੂੰ ਵਿਸ਼ਵਾਸ ਇਹੀ ਕੀਤਾ ਸੀ, ਜਿਵੇਂ ਸਰਕਾਰ ਵੱਲੋਂ ਦੀ ਸਾਨੂੰ ਹਦਾਇਤਾਂ ਆ ਜਾਂਦੀਆਂ, ਜਿਵੇਂ ਸਾਨੂੰ ਫੰਡਸ ਟ੍ਰਾਂਸਫਰ ਹੋ ਜਾਂਦੇ ਆ, ਤਾਂ ਪਹਿਲ ਦੇ ਆਧਾਰ ਤੇ ਤੁਹਾਡੀ ਮੈਂ ਪੇਮੈਂਟ ਕਰ ਦੂੰਗਾ। ਮੋਰ ਓਵਰ ਇਹ ਗੱਲ ਸੀਗੀ ਕਿ ਜਿਹੜਾ ਇਹਨਾਂ ਦਾ ਹੁਣ ਕੋਈ ਮੇਰੇ ਕੋਲ ਜਿਹੜੀ ਇਹਨਾਂ ਨੇ ਅਪਰੂਵਲ ਲਿੱਤੀ ਸੀਗੀ, ਤਾਂ ਉਹ ਅਪਰੂਵਲ ਦੇ ਅਗੇਂਸਟ ਮੈਂ ਇਹਨਾਂ ਨੂੰ ਕਿਹਾ ਮੈਨੂੰ ਬਿੱਲ ਪ੍ਰੈਜ਼ੈਂਟ ਕਰ ਦਿਓ, ਮੈਂ ਉਹ ਪਾਸ ਕਰ ਦਾਂਗਾ। ਅਗਰ ਇੱਕ ਵਾਰ ਪਾਸ ਹੀ ਹੋ ਜਾਂਦੀ ਹੈ ਤਾਂ ਇਟਸ ਅ ਗਵਰਨਮੈਂਟ ਰਿਕਾਰਡ, ਪੇਮੈਂਟ ਕਦੀ ਨਾ ਕਦੀ ਤਾਂ ਇਹਨਾਂ ਨੂੰ ਹੋਈ ਹੋ ਜਾਣੀ ਹੈਗੀ ਹੈ। ਤੇ ਜੇ ਆਪਾਂ ਆਈਡੀਆ ਲਾਈਏ ਕਿ ਆਈਡੀਆ ਮੈਂ ਉਹੀ ਗੱਲ ਕਰ ਰਿਹਾ, ਮੈਂ ਉਹੀ ਗੱਲ ਕਰ ਰਿਹਾ। ਦੇਖੋ 8-10 ਦਿਨ ਤਾਂ ਮੈਂ ਮੈਕਸਿਮਮ ਤੁਹਾਨੂੰ ਕਹਿ ਰਿਹਾ ਕਿ 8-10 ਦਿਨ ਤੱਕ ਹੋ ਜਾਏਗੀ ਪੇਮੈਂਟ, ਠੀਕ ਹੈ ਨਾ। ਬਟ ਇੱਕ ਸਰਕਾਰ ਦਾ ਦੇਖੋ, ਮੈਂ ਮੀਨਸ ਨਾਟ ਅ ਗਵਰਨਮੈਂਟ, ਠੀਕ ਹੈ। ਸੋ ਇਹ ਜਿਹੜੇ ਡਿਸੀਜਨਸ ਨੇ ਇਹ ਹਾਇਰ ਅਥਾਰਟੀਜ਼ ਨੇ ਲੈਣੇ ਹੁੰਦੇ ਨੇ। ਜਦੋਂ ਸਾਨੂੰ ਜਿਸ ਤਰ੍ਹਾਂ ਹੀ ਸਾਨੂੰ ਫੰਡ ਆ ਜਾਂਦੇ ਤੁਰਤ ਉਸੇ ਟਾਈਮ ਤੇ ਪਹਿਲ ਦੇ ਆਧਾਰ ਤੇ ਪੇਮੈਂਟ ਇਹਨਾਂ ਦੀ ਹੀ ਰਿਲੀਜ਼ ਹੋ ਜਾਏਗੀ। ਬਿਲਕੁਲ 10 ਦਿਨ ਕਹਿ ਰਹੇ ਆ, 10 ਦਿਨ ਵੇਟ ਨਹੀਂ ਕੀਤਾ ਜਾ ਸਕਦਾ, ਵੇਟ ਕਰ ਲਓ। ਰੈਵਨਿਊ ਦੇ ਵਿੱਚ ਪੈਸੇ ਦੇਣੇ, ਰੈਵਨਿਊ ਦੇ ਵਿੱਚ ਪੈਸੇ ਪਏ ਆ ਆਲਰੇਡੀ, ਇਹਨਾਂ ਕੋਲ ਹੈਗੇ ਆ। ਇਹ ਨਹੀਂ ਗੱਲ ਨਹੀਂ ਹੈਗੇ ਪੈਸੇ ਹੈਗੇ ਆ, ਸਿਰਫ ਇੱਕ ਉਹ ਨੀਤ ਦੇ ਵਿੱਚ ਖੋਟ ਆਈ।
ਪੈਸੇ ਉਹ ਨਹੀਂ, ਜਦੋਂ ਇਹਨਾਂ ਨੇ ਆਪਦੇ ਬਿੱਲ ਬਣਾਉਣੇ, ਚੱਲਦੀ ਮੋਟਰ ਸੜ ਕੇ ਮੋਟਰ ਚੱਲਦੀ ਪਈ ਹੁੰਦੀ ਹੈ ਵਾਟਰ ਵਾਸਤੇ, ਸੜ ਕੇ ਉਹਦਾ ਬਿੱਲ ਬਣ ਕੇ ਪਾਸ ਹੋ ਗਏ ਪੈਸੇ, ਜਦੋਂ ਇਹਨਾਂ ਦੇ ਅਫਸਰਾਂ ਦੇ ਜੇਬਾਂ 'ਚ ਵੜਦੇ ਆ ਉਦੋਂ ਇਹਨਾਂ ਕੋਲੇ ਪੈਸੇ ਹੁੰਦੇ ਆ। ਇੱਕ ਲੱਗੇ ਪੈਸੇ ਦੇਣ ਵਾਰੀ ਇਹਨਾਂ ਕੋਲੇ ਰੂਲ ਕੰਡੀਸ਼ਨਾਂ ਸਾਰਾ ਕੁਝ, ਜਵਾਬ ਤਲਬੀਆਂ ਸਾਰਾ ਕੁਝ ਹੈਗਾ। ਜਦੋਂ ਜਦੋਂ ਇਹਨਾਂ ਨੇ ਕੰਮ ਕਰਨੇ ਉਦੋਂ ਕੋਈ ਰੂਲ ਨਹੀਂ, ਕੋਈ ਜਵਾਬ ਤਲਬੀ ਨਹੀਂ। 1 ਘੰਟੇ 'ਚ ਜਿਵੇਂ ਅੱਜ ਕੰਡੀਸ਼ਨ ਲੱਗੀ, ਅੱਜ ਸ਼ਾਮ ਤੱਕ ਪੈਸੇ ਵੀ ਇਹਨਾਂ ਦੇ ਜੇਬਾਂ ਚਲੇ ਜਾਂਦੇ ਆ, ਚੈੱਕ ਕੱਟੇ ਜਾਂਦੇ ਆ। ਉਦੋਂ ਤਾਂ ਇਹਨਾਂ ਦੇ ਕੋਲ ਕੋਈ ਰੂਲ ਨਹੀਂ ਹੁੰਦੇ। ਉਹ ਕਹਿੰਦੇ ਆਪਦੇ ਚੈੱਕ ਤਾਂ ਉਸੇ ਵੇਲੇ ਕੱਟੇ ਜਾਂਦੇ ਆ। ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਹੁਣ ਮੈਂ ਤੁਹਾਨੂੰ ਪ੍ਰੂਫ ਹੀ ਦੂੰਗਾ ਜਿਹੜੀ ਇਹ ਗੱਲ ਕਰ ਰਹੇ ਨੇ ਕਿ ਜਿਹੜਾ ਅਸੀਂ ਰੈਵਨਿਊ ਜਮ੍ਹਾਂ ਕਰਵਾਇਆ ਹੈਗਾ, ਠੀਕ ਹੈ, ਜਿਹੜਾ ਜਮ੍ਹਾਂ ਕਰਵਾਇਆ ਮੈਂ ਤੁਹਾਨੂੰ ਬਾਰ-ਬਾਰ ਇਹਨਾਂ ਨੂੰ ਆਸ਼ਵਸਤ ਕਰਤਾ ਹੈਗਾ। ਹੁਣ ਮੈਂ ਇਸ ਤੋਂ ਬਾਅਦ ਹੋਰ ਕੋਈ ਆਸ਼ਵਾਸਨ ਦੇ ਨਹੀਂ ਸਕਦਾ, ਠੀਕ ਹੈ। ਜਾਂ ਤੋਂ ਜ਼ਿਆਦਾ ਇਹੀ ਹੈਗੀ ਹੈ, ਮੈਂ ਤੁਹਾਨੂੰ ਇੱਕ ਪ੍ਰੂਫ ਪ੍ਰਮਾਣ ਦਿਖਾ ਸਕਦਾ। ਜਿਹੜੀ ਇਹ ਗੱਲ ਕਰ ਰਹੇ ਹੈ ਕਿ ਜਿਸ ਹਿਸਾਬ ਨਾਲ ਲਹਿਜੇ ਨਾਲ ਬੋਲ ਰਹੇ ਹੈ, ਮੈਨੂੰ ਉਹ ਲਹਿਜਾ ਤਾਂ ਬਿਲਕੁਲ ਵੀ ਇਹ ਦੇਖੋ ਕਾਰਗੁਜ਼ਾਰੀ ਦੇ ਵਿੱਚ ਬਿਲਕੁਲ ਇਹ ਲਹਿਜਾ ਚੰਗਾ ਨਹੀਂ ਹੈ। ਠੀਕ ਹੈ। ਆਫਟਰ ਆਲ ਇੱਕ ਅਫਸਰ ਦਾ ਇੰਨਾ ਤਾਂ ਘੱਟੋ ਘੱਟ ਮਾਣ ਰੱਖ ਸਕਦੇ ਆ ਕਿ ਜਿਸ ਹਿਸਾਬ ਨਾਲ ਇਹ ਬੋਲ ਰਹੇ ਆ ਉਹ ਕਿਆ ਜਾਇਜ਼ ਹੈ। ਜੀ ਜੀ, ਮੈਨੂੰ ਨਹੀਂ ਲੱਗਦਾ ਉਹ ਕਿ ਜਾਇਜ਼ ਹੈਗਾ। ਬਾਕੀ ਰਹੀ ਗੱਲ ਹੈਗੀ ਹੈ, ਮੈਂ ਬਾਰ-ਬਾਰ ਇੱਕ ਗੱਲ ਕਹਿ ਰਿਹਾ, ਜਦੋਂ ਸਾਨੂੰ ਸਰਕਾਰ ਤੋਂ ਪੈਸੇ ਆ ਜਾਣਗੇ ਪਹਿਲ ਦੇ ਆਧਾਰ ਤੇ ਫੌਰੀ ਤੌਰ ਤੇ ਇਹਨਾਂ ਦੀ ਜਿਹੜੀ ਪੇਮੈਂਟ ਹੈਗੀ ਹੈ ਉਹ ਕਲੀਅਰ ਕਰ ਦਿੱਤੀ ਜਾਏਗੀ। ਇਹੀ ਹੈ ਜੀ। ਅੱਛਾ, ਇਹ ਤੁਸੀਂ ਖਜ਼ਾਨੇ 'ਚ ਪੈਸੇ ਜਮ੍ਹਾਂ ਇਹ ਖਜ਼ਾਨੇ 'ਚ ਪੈਸੇ ਜਮ੍ਹਾਂ ਕਰਵਾਏ, ਜਿੰਨੇ ਇਕੱਠੇ ਹੁੰਦੇ ਆ ਪਿੰਡਾਂ 'ਚੋਂ ਜਿੰਨੇ ਇਕੱਠੇ ਹੋ ਗਏ ਸੀ ਇਹ ਖਜ਼ਾਨੇ ਦੇ ਵਿੱਚ ਅਸੀਂ ਜਮ੍ਹਾਂ ਕਰਵਾਤੇ ਸੀਗੇ। ਇਹ ਹੁਣ ਜਿਵੇਂ ਹੀ ਸਾਨੂੰ ਆ ਜਾਣਗੇ ਪੈਸੇ ਸਰਕਾਰ ਵੱਲੋਂ ਦੀ ਫੰਡਸ ਰਿਲੀਜ਼ ਹੋ ਜਾਣਗੇ ਤਾਂ ਅਸੀਂ ਨਾਲ ਦੀ ਨਾਲ ਇਹਨਾਂ ਦੀ ਪੇਮੈਂਟ ਜਿਹੜੀ ਹੈ ਫੌਰੀ ਤੌਰ ਤੇ ਪਹਿਲ ਦੇ ਆਧਾਰ ਤੇ ਅਸੀਂ ਕਰ ਬਿਲਕੁਲ। ਤਾਂ ਐਕਸ਼ਨ ਮੌਜੂਦ ਨੇ ਮੌਕੇ ਤੇ। ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਜਿਹੜਾ ਪੈਸਾ ਪਿਛਲੇ 4-5 ਮਹੀਨਿਆਂ ਤੋਂ ਨਹੀਂ ਦਿੱਤਾ ਜਾ ਰਿਹਾ, ਫਿਲਹਾਲ ਆਮੋ ਸਾਹਮਣੇ ਗੱਲ ਕੀਤੀ ਆ, ਉਹ ਕਹਿੰਦੇ ਆ ਕਿ 8 ਤੋਂ 10 ਦਿਨ ਮੈਕਸਿਮਮ ਲੱਗ ਸਕਦੇ ਆ, ਪਰ ਪੈਸਾ ਜਿਹੜਾ ਇਹਨਾਂ ਨੂੰ ਮਿਲ ਜਾਏਗਾ। ਹੁਣ ਦੇਖਦੇ ਆ ਇਹਨਾਂ ਦੀ ਆਪਸੀ ਕੀ ਨਿਚੋੜ ਨਿਕਲਦਾ ਹੈ, ਗੱਲਾਂ ਦਾ ਆਪਸੀ ਮੀਟਿੰਗ ਦਾ ਕੀ ਨਿਚੋੜ ਨਿਕਲਦਾ। ਜੋ ਇਲਜ਼ਾਮ ਇਹਨਾਂ ਵੱਲੋਂ ਲਾਏ ਗਏ ਸੀ ਉਹ ਸਾਰੇ ਦੇ ਸਾਰੇ ਐਕਸੀਅਨ ਦੇ ਸਾਹਮਣੇ ਰੱਖੇ ਆ, ਉਹਨਾਂ ਨੇ ਉਸ ਦਾ ਜਿਹੜਾ ਜਵਾਬ ਵੀ ਦਿੱਤਾ ਹੈਗਾ ਇਹਨਾਂ ਦੇ ਸਾਹਮਣੇ, ਇਹਨਾਂ ਨੂੰ ਗੱਲਾਂ ਦੇ ਜਵਾਬ ਵੀ ਦਿੱਤੇ ਆ। ਪਰ ਇੱਕੋ ਗੱਲ ਤੇ ਅੜੇ ਆ ਜਿਹੜੇ ਇਹ ਵਿਅਕਤੀ ਨੇ, ਇਹ ਕਹਿੰਦੇ ਨੇ ਕਿ ਇੰਨੇ ਮਹੀਨਿਆਂ ਤੋਂ ਨਹੀਂ ਮਿਲਿਆ, ਸਾਨੂੰ ਯਕੀਨ ਨਹੀਂ ਹੈਗਾ। ਪਰ ਐਸਡੀਓ ਇਹ ਗੱਲ ਕਹਿੰਦਾ ਹੈ ਕਿ ਐਕਸੀਅਨ ਇਹ ਗੱਲ ਕਹਿੰਦਾ ਹੈ ਕਿ ਮੈਂ ਯਕੀਨ ਦਿਵਾਉਣਾ ਕਿ ਜਿਹੜੇ ਪੈਸੇ 8-10 ਦਿਨ ਦੇ ਵਿੱਚ ਮੈਕਸਿਮਮ ਇਹਨਾਂ ਦੇ ਕੋਲੇ ਪਹੁੰਚ ਜਾਣਗੇ। ਹੁਣ ਦੇਖਦੇ ਆ ਇਹਨਾਂ ਦੀ ਆਪਸੀ ਸਹਿਮਤੀ ਦੇ ਵਿੱਚ ਕਿ ਉਹ 8-10 ਦਿਨ ਦਾ ਜਿਹੜਾ ਗੈਪ ਆ ਉਹ ਲੈਂਦੇ ਆ ਜਾਂ ਫਿਰ ਇਸੇ ਤਰ੍ਹਾਂ ਇਹ ਧਰਨੇ ਪ੍ਰਦਰਸ਼ਨ ਕਰਦੇ ਰਹਿਣਗੇ, ਜਾਂ ਐਕਸੀਅਨ ਦੁਆਰਾ ਇਹਨਾਂ ਨੂੰ ਸੈਟੀਸਫਾਈ ਕਰ ਪਾਉਂਦੇ ਆ, ਜਾਂ ਫਿਰ ਇਹ ਲੋਕ ਇਸੇ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰਕੇ ਆਪਣੇ ਜਿਹੜੇ ਰੋਸ ਆ ਇਸ ਨੂੰ ਜਾਰੀ ਰੱਖਣਗੇ। ਇਹ ਇਹਨਾਂ ਦੇ ਉੱਪਰ ਡਿਪੈਂਡ ਆ ਔਰ ਇਹਨਾਂ ਅਫਸਰਾਂ ਦੇ ਉੱਪਰ ਡਿਪੈਂਡ ਆ ਕਿ ਆਪਸ ਦੇ ਵਿੱਚ ਇਹਨਾਂ ਦਾ ਕੀ ਨਿਚੋੜ ਨਿਕਲਦਾ ਹੈ। ਜੋ ਇਲਜ਼ਾਮ ਲਾਏ ਸੀ ਇਹਨਾਂ ਲੋਕਾਂ ਦੇ ਵੱਲੋਂ ਲਾਏ ਸੀ, ਧਰਨਾ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਇਲਜ਼ਾਮ ਲਾਏ ਗਏ ਸੀ, ਜੋ ਪੱਖ ਸੀਗਾ ਉਹ ਐਕਸੀਅਨ ਦਾ ਮੌਕੇ ਤੇ ਅਸੀਂ ਤੁਹਾਨੂੰ ਸੁਣਾ ਦਿੱਤਾ। ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਐਨਾਲਾਈਜ਼ ਕਰਕੇ ਪੂਰੀ ਗੱਲ ਨੂੰ ਸੁਣ ਕੇ ਨਿਚੋੜ ਦੱਸ ਸਕਦੇ ਹੋ ਕਿ ਆਖਿਰਕਾਰ ਇਹ ਮਸਲਾ ਹੈ ਕਿ ਔਰ ਹੱਲ ਕਿਸ ਤਰੀਕੇ ਨਾਲ ਹੋ ਸਕਦਾ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁਖ।